केंद्र सरकार ਜਿਹੜੀ ਨਵੀਂ ਪਾਲਿਸੀ ਲੈ ਕੇ ਆਈ ਹੈ ਉਹਦੇ ਮੁਤਾਬਕ ਜਿਹੜਾ ਟੈਕਸ ਪਹਿਲਾਂ ਟੈਕਸੀ ਮਾਲਕਾਂ ਨੂੰ 500 ਰੁਪਏ ਦੇਣਾ ਪੈਂਦਾ ਸੀਗਾ ਉਹ ਸਿੱਧਾ 25000 ਹੋ ਗਿਆ। ਜਿਹੜਾ 750 ਦੇਣਾ ਪੈਂਦਾ ਸੀਗਾ ਉਹ ਸਿੱਧਾ 75000 ਹੋ ਗਿਆ। सरकार मुर्दाबाद, साडियां मंगां पूरीआं करो। आजाद टैक्सी यूनियन जिंदाबाद, आजाद टैक्सी यूनियन जिंदाबाद। ਸਾਨੂੰ ਅੱਜ ਗੁਲਾਮੀ ਦਾ ਅਹਿਸਾਸ ਹੋ ਰਿਹਾ ਵੀ ਅਸੀਂ ਵਾਸੀ ਜਿਹੜੇ ਟੈਕਸੀ ਪੰਜਾਬ ਦੇ ਮਾਲਕ ਨੇ ਅਸੀਂ ਪਾਕਿਸਤਾਨ ਦੇ ਵਾਸੀਆਂ, ਇਸ ਪੰਜਾਬ ਸੂਬੇ ਦੇ ਨਹੀਂ ਵਾਸੀ। ਜਿਹੜਾ ਇਹ ਲਾਅ ਹੋ ਗਿਆ ਇਹ ਸੈਂਟਰ ਗਵਰਨਮੈਂਟ ਲੈ ਕੇ ਆਈ ਹੈ ਟਰਾਂਸਪੋਰਟ ਨੀਤੀ ਤੇ ਲੇਕਿਨ ਤੁਸੀਂ ਪੰਜਾਬ ਸਰਕਾਰ ਦੇ ਵਿਰੁੱਧ ਵੀ ਇੱਥੇ ਧਰਨਾ ਦੇ ਰਹੇ ਹੋ। ਸੈਂਟਰ ਦੀ ਗਵਰਨਮੈਂਟ ਨੇ ਪੂਰੇ ਇੰਡੀਆ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ, ਸੈਕਟਰੀ ਟਰਾਂਸਪੋਰਟ ਮੰਤਰੀਆਂ ਨੂੰ ਸੱਦਾ ਦਿੱਤਾ 19/1/2021 ਨੂੰ ਵੀ ਅਸੀਂ ਆ ਨੋਟੀਫਿਕੇਸ਼ਨ ਲਾਗੂ ਕਰਨ ਜਾ ਰਹੇ ਹਾਂ। ਤੁਸੀਂ ਕੋਈ ਇਹਦੇ ਤੇ ਆਬਜੈਕਸ਼ਨ ਜਾਂ ਕੋਈ ਇਹਦੇ ਤੇ ਰਾਏ ਆਪਣੀ ਸਾਨੂੰ ਲਾ ਕੇ ਭੇਜੋ। ਬੜੀ ਨਮੋਸ਼ੀ ਦੀ ਗੱਲ, ਟਰਾਂਸਪੋਰਟ ਵਿਭਾਗ ਨਾ ਤਾਂ ਮੀਟਿੰਗ 'ਚ ਪਹੁੰਚ ਸਕਿਆ, ਨਾ ਪੰਜਾਬ ਸੂਬੇ ਵੱਲੋਂ ਇਹਦੇ ਤੇ ਕੋਈ ਆਬਜੈਕਸ਼ਨ ਲਾ ਸਕਿਆ। ਅਸੀਂ ਕਮਰਸ਼ੀਅਲ ਗੱਡੀਆਂ ਵਾਲੇ ਹੱਕ ਸਾਡਾ ਬਣਦਾ ਕੰਮ ਕਰਨ ਦਾ, ਟੈਕਸੀ ਗੱਡੀ ਚਲਾਉਣ ਦਾ, ਤੇ ਪ੍ਰਾਈਵੇਟ ਗੱਡੀਆਂ ਜਿਹੜੀਆਂ ਚੱਲ ਰਹੀਆਂ ਜ਼ਿਆਦਾ ਰੋਡ ਦੇ ਉੱਪਰ ਤੇ ਉਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾ ਰਿਹਾ, ਕੋਈ ਉਹਨਾਂ ਦੇ ਚਲਾਨ ਨਹੀਂ ਹੋ ਰਹੇ। ਸਾਡੇ ਕਮਰਸ਼ੀਅਲ ਗੱਡੀਆਂ ਦੇ ਇਹ ਮਹਿਕਮਾ, ਚਾਹੇ ਉਹ ਪੁਲਿਸ ਮਹਿਕਮਾ, ਚਾਹੇ ਉਹ ਆਰਟੀਓ ਮਹਿਕਮਾ, ਜਾਣ ਬੁੱਝ ਕੇ ਸਾਡੇ ਚਲਾਨ ਕੱਟਦੇ ਆ। ਮਿਲੀ ਭੁਗਤਾ ਸਰਕਾਰਾਂ ਦੀ ਸਭ ਤੋਂ ਵੱਡਾ ਇਹਦੇ 'ਚ ਰਾਹਤ ਜਿਹੜੀ ਆ ਸਾਡੇ, ਮੈਨੂੰ ਲੱਗਦਾ ਵੀ ਸਟੇਟ ਟਰਾਂਸਪੋਰਟ ਕਮਿਸ਼ਨਰ ਦੀ ਸਾਂਝ ਬਾਦਲ ਪਰਿਵਾਰ ਨਾਲ ਸਭ ਤੋਂ ਵੱਡਾ ਜਿਹੜਾ ਫਾਇਦਾ ਇੰਡੋ ਕੈਨੇਡੀਅਨ ਵਰਗੀਆਂ ਤੇ ਕੋਆਪਰੇਟ ਘਰਾਣੇ ਦੀਆਂ ਬੱਸਾਂ ਨੂੰ ਹੋਇਆ ਵਾ। ਤੁਸੀਂ ਬਾਦਲਾਂ ਦੇ ਬੱਸਾਂ ਦਾ ਜ਼ਿਕਰ ਕੀਤਾ ਖਾਸ ਤੌਰ ਤੇ ਕਿ ਉਹਨਾਂ ਨੂੰ ਫਾਇਦਾ ਹੋਇਆ ਲੇਕਿਨ ਟੈਕਸੀ ਮਾਲਕਾਂ ਨੂੰ ਨੁਕਸਾਨ ਹੋਇਆ। ਉਹਨਾਂ ਨੂੰ ਫਾਇਦਾ ਕਿਵੇਂ ਹੋ ਗਿਆ? ਜਿਹੜੀ ਗੱਡੀ ਨੂੰ ਬਾਦਲਾਂ ਦੀ ਨੂੰ 5000 ਰੁਪਇਆ ਟੈਕਸ ਪੈਂਦਾ ਸੀ ਉਹਨੂੰ 825 ਰੁਪਇਆ ਟੈਕਸ ਰਹਿ ਗਿਆ ਰੋਜ਼ ਦਾ। ਇਹਨਾਂ ਨੇ 66 ਕਰੋੜ ਰੁਪਇਆ ਕੋਆਪਰੇਟ ਘਰਾਣਿਆਂ ਨੂੰ, ਬਾਦਲ ਸਾਹਿਬ ਨੂੰ ਟੈਕਸ ਛੱਡਤਾ। ਪੰਜਾਬ ਦੀ ਟੈਕਸੀ ਨੂੰ 8 ਕਰੋੜ ਰੁਪਇਆ ਨਹੀਂ ਟੈਕਸ ਛੱਡਿਆ। ਜਿਹੜੇ ਹੈਲਥ ਵਰਕਰ ਸਨ ਉਹਨਾਂ ਨੂੰ ਕਰੋਨਾ ਯੋਧਾ ਦੱਸਿਆ ਗਿਆ, ਜਿਹੜੀ ਵੀ ਐਮਰਜੈਂਸੀ ਸੇਵਾਵਾਂ 'ਚ ਲੱਗੇ ਹੋਏ ਸਨ। ਤੁਸੀਂ ਵੀ ਲਗਭਗ ਸਾਰੀ ਐਮਰਜੈਂਸੀ ਸੇਵਾਵਾਂ ਆਪਾਂ ਇਸ ਕਰਕੇ ਕਹਿ ਸਕਦੇ ਹਾਂ, ਜੇ ਕੋਈ ਕਰੋਨਾ ਦਾ ਪੇਸ਼ੈਂਟ ਹੈ ਤੁਹਾਨੂੰ ਉਹ ਵੀ ਛੱਡਣਾ ਪੈਂਦਾ ਹਸਪਤਾਲਾਂ ਵਿੱਚ, ਹੋਰ ਵੀ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ। ਤੁਹਾਨੂੰ ਸਰਕਾਰ ਦੇ ਵੱਲੋਂ ਕੋਈ ਮਦਦ ਮਿਲੀ? ਸਾਨੂੰ ਤਾਂ ਇਹ ਨਹੀਂ ਅੱਜ ਪਤਾ ਲੱਗ ਰਿਹਾ ਵੀ ਸਰਕਾਰ ਬਾਦਲ ਪਰਿਵਾਰ ਚਲਾ ਰਿਹਾ ਵਾ ਜਾਂ ਕੈਪਟਨ ਅਮਰਿੰਦਰ ਸਿੰਘ ਹੁਣੀ। ਇੱਕ ਤਾਂ ਪਿਛਲਾ ਤੁਸੀਂ ਟੈਕਸ ਮਾਫ ਕਰਨ ਦੀ ਮੰਗ ਕਰ ਰਹੇ ਹੋ ਕਿ ਜਿਹੜੇ ਤੁਹਾਡੇ ਡਿਊ ਹੋਏ ਨੇ ਟੈਕਸ ਨਾ ਉਹ ਮਾਫ ਕੀਤੇ ਜਾਣ। ਇੱਕ ਜਿਹੜੇ ਨਵੇਂ ਟੈਕਸ ਤੁਸੀਂ ਦੱਸ ਰਹੇ ਹੋ ਕਿ ਹੁਣ 500 ਦੀ ਥਾਂ ਤੇ ਸਾਨੂੰ 25000 ਦੇਣਾ ਪਏਗਾ, 750 ਦੀ ਥਾਂ ਤੇ 75000 ਦੇਣਾ ਪਏਗਾ, ਤੇ ਇਹ ਟੈਕਸ ਦੇਣ ਨੂੰ ਤੁਸੀਂ ਤਿਆਰ ਹੋ ਜਾਂ ਨਹੀਂ? ਵੀ ਅਸੀਂ ਤਾਂ ਦਿੱਲੀ ਤੱਕ ਜਾਣਾ, ਅਸੀਂ ਪੂਰੇ ਨਾਰਥ ਦਾ ਟੈਕਸ ਕਿਉਂ ਦਈਏ? ट्रांसपोर्ट कमिश्नर मुर्दाबाद, ट्रांसपोर्ट मंत्री मुर्दाबाद, ट्रांसपोर्ट मंत्री मुर्दाबाद। ਮੈਂ ਕਿਹਾ ਕੀ ਕਹਿੰਦੇ ਸਾਹਿਬ ਜੀ, ਆਉਣਗੇ ਥੱਲੇ ਜਾਂ ਅਸੀਂ ਸ਼ਟਰ ਸਿੱਟ ਕੇ ਜਿੰਦਾ ਲਾਈਏ ਜੀ? ਨਹੀਂ ਦੇਖੋ ਤੁਸੀਂ ਥੱਲੇ ਆਏ ਸੀ, ਤੁਹਾਨੂੰ ਕਿਹਾ ਵੀ ਅਸੀਂ ਸਾਹਿਬ ਨਾਲ ਗੱਲ ਕਰਨੀ ਆ, ਠੀਕ ਆ ਜੀ। ਹੁਣ ਕਰੋਨਾ ਦੇਖੋ, ਜੇ ਤਾਂ ਆਉਣਾ ਠੀਕ ਆ, ਅਸੀਂ ਥੱਲੇ ਸਿੱਟ ਕੇ ਜਿੰਦਾ ਲਾ ਦਿੰਦੇ ਆ, ਅਸੀਂ ਤਾਂ ਵਿਹਲੇ ਹੀ ਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਅਮਨ ਬੋਲ ਰਿਹਾ ਜੀ, ਹਮਦਰ ਟੀਵੀ ਤੋਂ। ਹਾਂ ਸਰ, ਨੀਚੇ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਵੀ ਟੈਕਸੀ ਮਾਲਕਾਂ ਦੇ ਵੱਲੋਂ, ਹਾਂ। ਤੇ ਉਹਨਾਂ ਦਾ ਕਹਿਣਾ ਕਿ ਤੁਸੀਂ ਉਹਨਾਂ ਦੀ ਗੱਲਬਾਤ ਵੀ ਸੁਣਨ ਦੇ ਲਈ ਥੱਲੇ ਨਹੀਂ ਆ ਰਹੇ। ਨਹੀਂ, ਥੱਲੇ ਆਉਣਾ ਕੀ ਥੱਲੇ ਦਾ ਮਤਲਬ ਕੀ? ਟੈਕਸੀ ਮਾਲਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਤੁਸੀਂ ਪ੍ਰਾਈਵੇਟ ਬੱਸਾਂ ਸੀਗੀਆਂ, ਸਕੂਲ ਬੱਸਾਂ ਸੀਗੀਆਂ, ਉਹਨਾਂ ਦਾ 66 ਕਰੋੜ ਰੁਪਇਆ ਤੁਸੀਂ ਮਾਫ ਕਰ ਦਿੱਤਾ। ਹਾਊ ਇਜ਼ ਦਿਸ ਇਸ਼ੂ ਰਿਲੇਟਡ ਵਿਦ ਦੈਟ? ਜੀ ਸੈਂਟਰ ਗਵਰਨਮੈਂਟ ਦੀ ਪਾਵਰ ਹੈ, ਸਟੇਟ ਗਵਰਨਮੈਂਟ ਕੁਝ ਨਹੀਂ ਕਰ ਸਕਦੀ। ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ ਮੋਹਜਾਲ ਤੇ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਸੋ ਦਰਸ਼ਕੋ, ਕੇਂਦਰ ਦੀ ਟਰਾਂਸਪੋਰਟ ਪਾਲਿਸੀ, ਭਾਰਤ ਸਰਕਾਰ ਦੀ ਟਰਾਂਸਪੋਰਟ ਪਾਲਿਸੀ ਦਾ ਪਹਿਲਾਂ ਵਿਰੋਧ ਹੁੰਦਾ ਆਇਆ ਹੈ। ਸਭ ਤੋਂ ਜ਼ਿਆਦਾ ਮਾਰ ਇਸ ਦੀ ਟੈਕਸੀ ਮਾਲਕਾਂ ਦੇ ਉੱਤੇ ਪਈ ਹੈ। ਜਦੋਂ ਕਰੋਨਾ ਸੰਕਟ ਆਇਆ ਤਾਂ ਸਾਰੇ ਕੰਮ ਧੰਦੇ ਠੱਪ ਹੋ ਗਏ, ਟੈਕਸੀਆਂ ਵੀ ਘਰਾਂ ਦੇ ਵਿੱਚ ਖੜੀਆਂ ਹੋ ਗਈਆਂ। ਜਿਨ੍ਹਾਂ ਨੇ ਲੋਨ ਲਏ ਹੋਏ ਸੀ ਉਹਨਾਂ ਦੀਆਂ ਟੈਕਸੀਆਂ ਵਿਕ ਗਈਆਂ ਜਾਂ ਜ਼ਬਤ ਕਰ ਲਿੱਤੀਆਂ ਫਾਈਨੈਂਸਰਾਂ ਨੇ। ਜਿਨ੍ਹਾਂ ਦੇ ਕੋਲ ਹੁਣ ਟੈਕਸੀਆਂ ਬਚੀਆਂ ਹੋਈਆਂ ਨੇ ਉਹਨਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਟੈਕਸੀਆਂ ਨੂੰ ਘਰੇ ਖੜਾ ਕਰਨ ਜਾਂ ਚਲਾਉਣ, ਕਿਉਂਕਿ ਕੇਂਦਰ ਸਰਕਾਰ ਜਿਹੜੀ ਨਵੀਂ ਪਾਲਿਸੀ ਲੈ ਕੇ ਆਈ ਹੈ ਉਹਦੇ ਮੁਤਾਬਕ ਜਿਹੜਾ ਟੈਕਸ ਪਹਿਲਾਂ ਟੈਕਸੀ ਮਾਲਕਾਂ ਨੂੰ 500 ਰੁਪਏ ਦੇਣਾ ਪੈਂਦਾ ਸੀਗਾ ਉਹ ਸਿੱਧਾ 25000 ਹੋ ਗਿਆ। ਜਿਹੜਾ 750 ਦੇਣਾ ਪੈਂਦਾ ਸੀਗਾ ਉਹ ਸਿੱਧਾ 75000 ਹੋ ਗਿਆ। ਇੰਨੇ ਮੋਟੇ ਟੈਕਸੀ ਮਾਲਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਕਿੱਥੋਂ ਭਰਨ। ਇਸ ਕਰਕੇ ਉਹ ਅੱਜ ਤੁਸੀਂ ਮੇਰੇ ਮਗਰ ਤਸਵੀਰਾਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਹੈਗੇ ਨੇ ਟੈਕਸੀ ਮਾਲਕ ਹੈਗੇ ਨੇ ਉਹ ਇੱਥੇ ਇਕੱਠੇ ਹੋਏ ਨੇ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਦੀ ਅਗਵਾਈ ਦੇ ਵਿੱਚ ਇੱਥੇ ਜਿਹੜਾ ਹੈਗਾ ਉਹ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਚੰਡੀਗੜ੍ਹ ਦੇ ਬਾਹਰ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ, 17 ਸੈਕਟਰ ਚੰਡੀਗੜ੍ਹ ਦੀਆਂ। ਅਜੇ ਸਮੇਂ ਜਦੋਂ ਕਰੋਨਾ ਫੈਲਿਆ ਹੋਇਆ, ਸਰਕਾਰਾਂ ਕਹਿੰਦੀਆਂ ਨੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠਣਾ ਹੈ,
ਪਰ ਲੋਕ ਆਪਣੇ ਹੱਕ ਮੰਗਣ ਦੇ ਲਈ ਸੜਕਾਂ ਦੇ ਉੱਤੇ ਬੈਠੇ ਹੋਏ ਨੇ, ਦੇਖ ਸਕਦੇ ਹੋ। ਲੇਕਿਨ ਹਾਲੇ ਕਿਸੇ ਵੀ ਅਧਿਕਾਰੀ ਨੇ ਆ ਕੇ ਇਹਨਾਂ ਨੂੰ ਹੌਸਲਾ ਨਹੀਂ ਦਿੱਤਾ, ਇਹਨਾਂ ਦੀ ਗੱਲ ਨਹੀਂ ਸੁਣੀ ਹੈਗੀ। ਇਸ ਕਰਕੇ ਗੱਲਬਾਤ ਕਰਾਂਗੇ ਸ਼ਰਨਜੀਤ ਸਿੰਘ ਕਲਸੀ ਜੀ ਨਾਲ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਉਹ ਇੱਥੇ ਬੈਠੇ ਹੋਏ ਨੇ। ਤੁਹਾਡਾ ਨਿੱਘਾ ਸਵਾਗਤ ਹੈ ਜੀ ਹਮਦਰ ਟੀਵੀ ਤੇ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਜੀ ਜੀ, ਹਾਂਜੀ, ਤੁਸੀਂ ਜਿਸ ਪਾਲਿਸੀ ਦਾ ਵਿਰੋਧ ਕਰ ਰਹੇ ਹੋ, ਸੈਂਟਰ ਦੀ ਪਾਲਿਸੀ ਹੈਗੀ ਟਰਾਂਸਪੋਰਟ ਪਾਲਿਸੀ ਜਿਹੜੀ ਨਵੀਂ ਲੈ ਕੇ ਆਈ ਹੈ, ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਤੁਹਾਨੂੰ ਕੀ ਇਸ ਤੇ ਜਾਂ ਲਾਗੂ ਕੀਤਾ, ਇਸ ਦਾ ਕੀ ਨੁਕਸਾਨ ਹੋਇਆ ਤੁਹਾਨੂੰ? ਦੇਖੋ ਜੀ, ਪਹਿਲਾਂ ਤਾਂ ਜਿਹੜੀ ਗੱਲ ਆ, ਸਾਡੀ ਸਟੇਟ ਦੇ ਜਿਹੜੇ ਅਫਸਰ ਨੇ, ਚਾਹੇ ਸੈਕਟਰੀ ਟਰਾਂਸਪੋਰਟ ਹੋ ਗਿਆ, ਸਟੇਟ ਟਰਾਂਸਪੋਰਟ ਕਮਿਸ਼ਨਰ ਹੋ ਗਿਆ, ਟਰਾਂਸਪੋਰਟ ਮੰਤਰੀ ਹੋ ਗਿਆ, ਤਨਖਾਹਾਂ ਸਾਡੇ ਭਰੇ ਹੋਏ ਟੈਕਸਾਂ ਚੋਂ ਲੈ ਰਹੇ ਆ ਇਹ। ਪਰ ਸਾਨੂੰ ਅੱਜ ਗੁਲਾਮੀ ਦਾ ਅਹਿਸਾਸ ਹੋ ਰਿਹਾ ਵੀ ਅਸੀਂ ਵਾਸੀ ਜਿਹੜੇ ਟੈਕਸੀ ਪੰਜਾਬ ਦੇ ਮਾਲਕ ਨੇ, ਅਸੀਂ ਪਾਕਿਸਤਾਨ ਦੇ ਵਾਸੀਆਂ, ਇਸ ਪੰਜਾਬ ਸੂਬੇ ਦੇ ਨਹੀਂ ਵਾਸੀ। ਹਾਂਜੀ, ਪਾਕਿਸਤਾਨ ਦੇ ਵਾਸੀਆਂ। ਸਾਨੂੰ ਇਹ ਅਹਿਸਾਸ ਹੋ ਰਿਹਾ ਅੱਜ ਗੁਲਾਮੀ ਦਾ। ਪਿਛਲੇ ਲੰਬੇ ਸਮੇਂ ਤੋਂ ਅਸੀਂ ਮੀਟਿੰਗ ਦਾ ਸਮਾਂ ਟਰਾਂਸਪੋਰਟ ਮੰਤਰੀ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਮੰਗ ਰਹੇ ਹਾਂ, ਪਰ ਬੜੀ ਮਜਬੂਰੀ ਦੀ ਗੱਲ ਮੈਨੂੰ ਲੱਗਦਾ ਵੀ ਅੱਜ ਅਸੀਂ ਮਜਬੂਰ ਹੋ ਕੇ ਬੈਠੇ ਹਾਂ। ਅੱਜ ਅਸੀਂ ਸ਼ਰਨਜੀਤ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਿਹੜਾ ਇਹ ਲਾਅ ਹੋ ਗਿਆ, ਇਹ ਸੈਂਟਰ ਗਵਰਨਮੈਂਟ ਲੈ ਕੇ ਆਈ ਹੈ ਟਰਾਂਸਪੋਰਟ ਨੀਤੀ, ਤੇ ਲੇਕਿਨ ਤੁਸੀਂ ਪੰਜਾਬ ਸਰਕਾਰ ਦੇ ਵਿਰੁੱਧ ਵੀ ਇੱਥੇ ਧਰਨਾ ਦੇ ਰਹੇ ਹੋ, ਕੀ ਕਾਰਨ? ਦੇਖੋ ਜੀ, ਸੈਂਟਰ ਦੀ ਗਵਰਨਮੈਂਟ ਨੇ ਪੂਰੇ ਇੰਡੀਆ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ, ਸੈਕਟਰੀ ਟਰਾਂਸਪੋਰਟ ਮੰਤਰੀਆਂ ਨੂੰ ਸੱਦਾ ਦਿੱਤਾ 19/1/2021 ਨੂੰ ਵੀ ਅਸੀਂ ਆ ਨੋਟੀਫਿਕੇਸ਼ਨ ਲਾਗੂ ਕਰਨ ਜਾ ਰਹੇ ਹਾਂ। ਤੁਸੀਂ ਕੋਈ ਇਹਦੇ ਤੇ ਆਬਜੈਕਸ਼ਨ ਜਾਂ ਕੋਈ ਇਹਦੇ ਤੇ ਰਾਏ ਆਪਣੀ ਸਾਨੂੰ ਲਾ ਕੇ ਭੇਜੋ। ਬੜੀ ਨਮੋਸ਼ੀ ਦੀ ਗੱਲ, ਟਰਾਂਸਪੋਰਟ ਵਿਭਾਗ ਨਾ ਤਾਂ ਮੀਟਿੰਗ 'ਚ ਪਹੁੰਚ ਸਕਿਆ, ਨਾ ਪੰਜਾਬ ਸੂਬੇ ਵੱਲੋਂ ਇਹਦੇ ਤੇ ਕੋਈ ਆਬਜੈਕਸ਼ਨ ਲਾ ਸਕਿਆ। ਸਭ ਤੋਂ ਸਾਡਾ ਨੁਕਸਾਨ ਤਾਂ ਚਲੋ ਇਹਦੇ 'ਚ ਜਿਹੜਾ ਹੋਇਆ, ਸਭ ਤੋਂ ਵੱਧ ਨੁਕਸਾਨ ਇਹਦੇ 'ਚ ਸੂਬੇ ਦੇ ਰੈਵਨਿਊ ਦਾ। ਪਤਾ ਨਹੀਂ ਕਿਉਂ ਇਹ, ਜਾਂ ਤਾਂ ਇਹ ਅਫਸਰ ਸੁੱਤੇ ਪਏ ਆ, ਜਾਂ ਸਰਕਾਰਾਂ ਜਿਹੜੀਆਂ ਨੇਗੀਆਂ ਮਿਲੀ ਭੁਗਤਾ ਸਰਕਾਰਾਂ ਦੀ। ਸਭ ਤੋਂ ਵੱਡਾ ਇਹਦੇ 'ਚ ਰਾਹਤ ਜਿਹੜੀ ਆ ਸਾਡੇ, ਮੈਨੂੰ ਲੱਗਦਾ ਵੀ ਸਟੇਟ ਟਰਾਂਸਪੋਰਟ ਕਮਿਸ਼ਨਰ ਦੀ ਸਾਂਝ ਬਾਦਲ ਪਰਿਵਾਰ ਨਾਲ ਸਭ ਤੋਂ ਵੱਡਾ ਜਿਹੜਾ ਫਾਇਦਾ ਇੰਡੋ ਕੈਨੇਡੀਅਨ ਵਰਗੀਆਂ ਤੇ ਕੋਆਪਰੇਟ ਘਰਾਣੇ ਦੀਆਂ ਬੱਸਾਂ ਨੂੰ ਹੋਇਆ ਵਾ। ਉਹਨਾਂ ਨੂੰ ਕਿਵੇਂ ਫਾਇਦਾ ਹੋਇਆ? ਜਿਹੜੀ ਬੱਸ ਨੂੰ ਤੁਸੀਂ ਐਨਪੀ ਪਰਮਿਟ ਦੀ ਜਿਹੜੀ ਬੱਸ ਆ, ਉਹਨੂੰ 5000 ਰੁਪਇਆ ਟੈਕਸ ਡੇਲੀ ਦਾ ਪੈਂਦਾ ਸੀ, ਅੱਜ ਉਹਨੂੰ 825 ਰੁਪਏ ਟੈਕਸ ਪੈਣ ਲੱਗ ਗਿਆ। ਬੜੀ ਮੈਨੂੰ ਨਮੋਸ਼ੀ ਨਾਲ ਕਹਿਣਾ ਪੈ ਰਿਹਾ। ਗਰੀਬ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਆਤਮ ਨਿਰਭਰ ਹੋਣ ਦੀਆਂ ਗੱਲਾਂ ਕਰ ਰਹੇ ਆ, ਤੇ ਜਦੋਂ ਲੋਕ ਨਿਰਭਰ ਹੁੰਦੇ ਆ, ਆਤਮ ਨਿਰਭਰ ਹੁੰਦੇ ਆ, ਇਹ ਜਿਹੜੇ ਚਾਹੇ ਸੈਕਟਰੀ ਟਰਾਂਸਪੋਰਟ ਆ ਜਾਂ ਇਹਦੇ 11 ਆਰਟੀਏ ਪੰਜਾਬ ਦੇ ਵਿੱਚ ਮਾਫੀਆ ਚਲਾ ਰਿਹਾ, ਮਾਫੀਆ ਰਾਜ ਕਰ ਰਿਹਾ। ਸਾਨੂੰ ਇਹ ਮਜਬੂਰ ਕਰ ਰਿਹਾ। ਅੱਜ ਤੁਸੀਂ ਦੇਖੋ ਵੀ ਆ, ਇੰਨੇ ਆਹ ਪਰਮਿਟ ਇਹਨਾਂ ਨੂੰ ਜਮ੍ਹਾਂ ਕਰਾਉਣ ਆਇਆ ਵੀ ਸਾਡੇ ਪਰਮਿਟ ਕੈਂਸਲ ਕੀਤੇ ਜਾਣ, ਗੱਡੀਆਂ ਤੇ ਖੜਾ ਲੋਨ ਮਾਫ ਕੀਤਾ ਜਾਵੇ ਸਾਡਾ, ਤੇ ਜਿਹੜੇ ਅਸੀਂ ਵੀ ਸਾਡੇ ਆ ਗੱਡੀਆਂ ਨੂੰ ਪ੍ਰਾਈਵੇਟ ਨੰਬਰ ਲਾਏ ਜਾਣ। ਅਸੀਂ ਵੀ ਘਰੇਲੂ ਟੈਕਸੀਆਂ ਜਿਵੇਂ ਇਹਦੇ 11 ਆਰਟੀਏ ਪੰਜਾਬ 'ਚ ਚਲਾ ਰਹੇ ਆ, ਉਹਨਾਂ ਨੂੰ ਬਿਲਾਂ ਦੀ ਡੀਸੀ ਅਦਾਇਗੀ ਕਰ ਰਹੇ ਆ, ਅਸੀਂ ਵੀ ਉਵੇਂ ਚਲਾਈਏ। 1 ਸਾਲ ਤੋਂ ਮੈਂ ਇਹਨਾਂ ਨੂੰ ਕਹਿ ਰਿਹਾ ਇਹ ਰਾਈਡ ਪਰਮਿਟ ਵਾਲੀ ਗੱਡੀ ਦਾ, ਪਰ ਇਹ ਮੈਨੂੰ ਲੱਗਦਾ ਵੀ ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ। ਉਹਨਾਂ ਤੋਂ ਇਹਨਾਂ ਨੂੰ ਮੋਟੀ ਵਸੂਲੀ ਹੁੰਦੀ ਆ, ਗੱਡੀਆਂ ਸ਼ਰੇਆਮ ਸਟੈਂਡਾਂ ਦੇ ਵਿੱਚ ਖੜੀਆਂ, ਪਤਾ ਨਹੀਂ ਕਿਉਂ ਨਹੀਂ ਕਾਰਵਾਈ ਕਰਦੇ। ਰੈਵਨਿਊ ਦਾ ਸਭ ਤੋਂ ਵੱਧ ਨੁਕਸਾਨ ਇਹ ਅਫਸਰ ਕਰ ਰਹੇ, ਅਫਸਰਸ਼ਾਹੀ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਰੈਵਨਿਊ ਦਾ ਨੁਕਸਾਨ ਤਾਂ ਹੋ ਰਿਹਾ, ਪਰ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਤੁਹਾਨੂੰ ਜਿਹੜੇ ਟੈਕਸ ਹੈਗੇ ਨੇ ਉਹ ਹੁਣ ਮੋਟੇ ਭਰਨੇ ਪੈਣਗੇ, ਉਹ ਤੁਸੀਂ ਦੱਸ ਸਕਦੇ ਹੋ ਕਿ ਕਿਵੇਂ ਟੈਕਸ ਮੋਟੇ ਭਰਨੇ ਪੈਣਗੇ, ਕਿੰਨੇ ਭਰਨੇ ਪੈਣਗੇ? ਦੇਖੋ ਜੀ, ਸੈਂਟਰ ਦੀ ਸਰਕਾਰ ਨੇ ਮੋਟਰ ਵਹੀਕਲ ਐਕਟ ਜਿਹੜਾ ਉਹੀ ਤੋੜਤਾ ਪਹਿਲਾਂ ਤਾਂ। ਇੱਕ ਤੁਸੀਂ ਦੇਖੋ ਵੀ ਮੋਟਰ ਵਹੀਕਲ ਐਕਟ ਤੋੜਿਆ, ਜਿਹੜਾ ਮੋਟਰ ਵਹੀਕਲ ਐਕਟ ਦੇ ਤਹਿਤ ਗੱਡੀਆਂ ਰਜਿਸਟ੍ਰੇਸ਼ਨ ਹੁੰਦੀ ਆ, ਮੋਟਰ ਵਹੀਕਲ ਐਕਟ ਹੀ ਖਤਮ ਕਰਤਾ ਸਰਕਾਰ ਨੇ। 9 ਸੀਟਾਂ ਤੱਕ 25000 ਰੁਪਇਆ। ਹੁਣ ਜਦੋਂ 4 ਸੀਟਾਂ ਵਾਲੀ 'ਚ ਕੋਈ ਬੱਚਾ ਵੀ ਬੈਠਾ ਹੋਵੇ ਨਾ, ਉਹਦਾ ਵੀ ਸਾਨੂੰ ਪਰਮਿਟ ਵੈਲੂਏਸ਼ਨ ਦਾ ਚਲਾਨ ਕੱਟ ਕੇ ਦਿੱਤਾ ਜਾਂਦਾ, ਟ੍ਰੈਫਿਕ ਪੁਲਿਸ ਕਰਨੀਓ ਤੇ ਆਰਟੀਓ ਕਰਨੀਓ। ਤੇ ਸਰਕਾਰ ਨੇ ਤਾਂ ਮੋਟਰ ਵਹੀਕਲ ਐਕਟ ਹੀ ਖਤਮ ਕਰਤਾ, ਐਕਟ ਹੀ ਤੋੜਤਾ ਸਰਕਾਰ। ਫਿਰ ਦੂਜੀ ਕੈਟਾਗਰੀ ਆ ਗਈ 10 ਤੋਂ 23 ਸੀਟਾਂ ਤੱਕ 75000 ਰੁਪਇਆ। ਤੇ ਹੁਣ ਅਸੀਂ ਜਾਣਾ ਤਾਂ ਦਿੱਲੀ ਤੱਕ ਆ, ਲੰਘਣਾ ਹਰਿਆਣਾ, ਦਿੱਲੀ 에ਅਰਪੋਰਟ ਜਾਣਾ ਜਾਂ ਹਿਮਾਚਲ ਜਾਣਾ, ਅਸੀਂ ਪੂਰੇ ਇੰਡੀਆ ਦਾ ਟੈਕਸ ਕਿਉਂ ਪੇ ਕਰੀਏ? ਦੂਜੀ ਗੱਲ, ਟੈਕਸ ਨੂੰ ਲੈ ਕੇ ਅਸੀਂ ਕਿਤੇ ਵੀ ਚੈਲੰਜ ਨਹੀਂ ਕਰ ਸਕਦੇ, ਚਾਹੇ ਉਹ ਮਾਣਯੋਗ ਅਦਾਲਤ ਹਾਈ ਕੋਰਟ ਆ, ਚਾਹੇ ਸੁਪਰੀਮ ਕੋਰਟ ਆ। ਤੁਸੀਂ ਦੇਖੋ ਵੀ ਇਹ ਅਫਸਰ ਇੰਨੇ ਸਿਆਣੇ ਹੋ ਗਏ, ਇਹਦੇ 'ਚ ਪਰਮਿਟ ਫੀਸ ਦੇ ਨਾਂ ਤੇ ਮੌਰਥ ਨੇ ਤੇ ਇਹਨਾਂ ਨੇ ਰਲ ਕੇ ਜਬਰੀ ਵਸੂਲੀ ਕਰੀ ਆ ਟੈਕਸੀ ਮਾਲਕਾਂ ਤੋਂ।
ਸੋ ਤੁਸੀਂ ਦੱਸ ਰਹੇ ਹੋ ਕਿ ਇਹਦੇ ਨਾਲ ਜਿਹੜੇ ਪ੍ਰਾਈਵੇਟ ਬੱਸਾਂ ਨੇ, ਤੁਸੀਂ ਬਾਦਲਾਂ ਦੇ ਬੱਸਾਂ ਦਾ ਜ਼ਿਕਰ ਕੀਤਾ ਖਾਸ ਤੌਰ ਤੇ, ਕਿ ਉਹਨਾਂ ਨੂੰ ਫਾਇਦਾ ਹੋਇਆ ਲੇਕਿਨ ਟੈਕਸੀ ਮਾਲਕਾਂ ਨੂੰ ਨੁਕਸਾਨ ਹੋਇਆ, ਉਹਨਾਂ ਨੂੰ ਫਾਇਦਾ ਕਿਵੇਂ ਹੋ ਗਿਆ? ਫਾਇਦਾ ਦੇਖੋ ਜੀ, ਜਿਹੜੀ ਐਨਪੀ ਪਰਮਿਟ ਰੂਟ ਗੱਡੀ ਆ ਇਹਦੇ 'ਚ ਉਹਨਾਂ ਨੇ ਕਹਿਤਾ ਵੀ ਜਿਵੇਂ ਸਟੇਜ ਕੈਰੇਜ ਸਵਾਰੀ ਚੱਕਦੀ ਆ ਉਵੇਂ ਸਵਾਰੀਆਂ ਚੱਕ ਕੇ ਲੈ ਜਾਣਗੀਆਂ। ਮਨਾਹੀ ਟੈਕਸੀਆਂ ਤੇ, ਨਾਕਿਆਂ ਤੇ ਚਲਾਨ ਟੈਕਸੀਆਂ ਦੇ ਹੋਣ, ਚਾਹੇ ਕੋਈ ਹੋਰ ਕਿਸੇ ਵੀ ਮੈਟਰ ਦਾ ਹੋਵੇ ਚਲਾਨ। ਜਿਹੜੀ ਗੱਡੀ ਨੂੰ ਬਾਦਲਾਂ ਦੀ ਨੂੰ 5000 ਰੁਪਇਆ ਟੈਕਸ ਪੈਂਦਾ ਸੀ ਉਹਨੂੰ 825 ਰੁਪਇਆ ਟੈਕਸ ਰਹਿ ਗਿਆ ਰੋਜ਼ ਦਾ। ਤੁਹਾਡੇ ਸਾਹਮਣੇ ਮੁਨਾਫਾ ਹੀ ਮੁਨਾਫਾ ਵਾ ਉਹਨਾਂ ਨੂੰ। ਜਿਹੜੀ ਬੱਸ ਇਹਨਾਂ ਦੀ ਲੱਖ ਰੁਪਇਆ ਮਹੀਨੇ ਦਾ ਟੈਕਸ ਪੈਂਦੀ ਸੀ ਉਹ 3 ਲੱਖ ਰੁਪਇਆ ਭਰ ਕੇ ਚੱਲੂ ਹੁਣ। ਜੋ ਟੈਕਸੀ ਮਾਲਕਾਂ ਦੀਆਂ ਮੁਸ਼ਕਲਾਂ ਦਾ ਗੱਲ ਕਰੀਏ ਆਪਾਂ, ਤੇ ਜਦੋਂ ਦਾ ਕਰੋਨਾ ਸੰਕਟ ਆਇਆ ਟੈਕਸੀਆਂ ਵੀ ਘਰਾਂ ਦੇ ਖੜੀਆਂ ਹੋ ਗਈਆਂ ਸਨ ਤੇ ਕਈਆਂ ਨੇ ਤੇ ਕਰਜ਼ੇ ਚੁੱਕੇ ਹੋਏ ਸਨ, ਕਈਆਂ ਦੇ ਟੈਕਸੀਆਂ ਵੀ ਵੇਚ ਗਈਆਂ, ਬਹੁਤ ਸਾਰੀਆਂ ਖਬਰਾਂ ਵੀ ਅਜਿਹੀਆਂ ਸਾਹਮਣੇ ਆਈਆਂ। ਹੋਰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਜੀ, ਕਈ ਡਰਾਈਵਰ ਵੀਰ ਜਿਹੜੇ ਸਾਡੇ ਗੁਜ਼ਰ ਗਏ ਕਰੋਨਾ ਕਾਲ ਦੇ ਵਿੱਚ, ਕਈਆਂ ਨੇ ਸੁਸਾਈਡ ਕਰ ਲਿਆ। ਅਸੀਂ 1 ਸਾਲ ਤੋਂ ਧਰਨਾ ਪ੍ਰਦਰਸ਼ਨ ਲਾ ਲਓ ਜਾਂ ਇਹਨਾਂ ਨੂੰ ਮੇਲਾਂ ਕਰ ਰਹੇ ਹਾਂ, ਚਿੱਠੀਆਂ 150 ਤੋਂ ਉੱਤੇ ਮੈਂ ਇਹਨਾਂ ਨੂੰ ਮੇਲ ਕਰ ਚੁੱਕਿਆ। ਇਹਨਾਂ ਨੇ 66 ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਨੂੰ, ਬਾਦਲ ਸਾਹਿਬ ਨੂੰ ਟੈਕਸ ਛੱਡਤਾ। ਪੰਜਾਬ ਦੀ ਟੈਕਸੀ ਨੂੰ 8 ਕਰੋੜ ਰੁਪਇਆ ਨਹੀਂ ਟੈਕਸ ਛੱਡਿਆ। ਤੁਸੀਂ ਦੱਸੋ ਵੀ ਅਸੀਂ ਪਾਕਿਸਤਾਨ 'ਚ ਰਹਿੰਦੇ ਆ ਵੀ ਇਹਨਾਂ ਨੇ 8 ਕਰੋੜ ਰੁਪਇਆ ਸਾਡੀਆਂ ਗੱਡੀਆਂ ਡੱਕ ਕੇ ਰੱਖੀਆਂ ਇਹਨਾਂ ਨੇ ਘਰਾਂ ਦੇ ਵਿੱਚ, ਪਰਮਿਸ਼ਨ ਨਹੀਂ ਦੇਣੀ। ਕਰੋਨਾ ਚੱਲ ਰਿਹਾ, ਕਰੋਨਾ ਦੀ ਆੜ ਦੇ ਵਿੱਚ ਇਹੋ ਜਿਹੇ ਬਿੱਲ ਲੈ ਕੇ ਆ ਰਹੀ ਹੈ। ਇੱਕ ਪਿੱਛੇ ਜੇ ਵਿਧਾਨ ਸਭਾ ਦੇ ਵਿੱਚ 117 MLA ਦੀਆਂ ਮੌਜੂਦਗੀ ਦੇ ਵਿੱਚ ਮੈਂ ਕਹਿੰਦਾ ਵੀ ਕੈਪਟਨ ਸਾਹਿਬ ਵੀ ਸਫਾਈਆਂ ਦੇ ਰਹੇ ਸੀ, ਮੈਡਮ ਵੀ ਰਜੀਆ ਸੁਲਤਾਨਾ ਸਫਾਈਆਂ। ਟੈਕਸ ਸੈਸ਼ਨ ਨੂੰ ਲੈ ਕੇ ਸੋਧ ਕੀਤੀ, ਮੋਟਰ ਵਹੀਕਲ ਟੈਕਸ ਸੈਸ਼ਨ ਦੀ 1924 ਦੀ ਅਮੈਂਡਮੈਂਟ ਕੀਤੀ। ਉਹਦੇ 'ਚ ਇਹਨਾਂ ਨੇ ਨਸਲਕੁਸ਼ੀ ਕਰਤੀ ਟਰਾਂਸਪੋਰਟਰ ਵੀਰਾਂ ਦੀ। ਉਹਦੇ 'ਚ ਟੈਕਸ ਕਿੰਨਾ ਲਾਇਆ? 10,000 ਰੁਪਇਆ ਸੀਟ ਪਰ ਐਨਮ। ਉੱਤੋਂ ਜੀ ਕਹਿ ਰਿਹਾ ਵਧਾਇਆ ਨਹੀਂ ਗਿਆ, ਪਾਸ ਕਰਾ ਕੇ ਰੱਖਿਆ ਗਿਆ। ਇਹਨਾਂ ਦੀ ਟਰਾਂਸਪੋਰਟਰਾਂ ਦੀ ਨਸਲਕੁਸ਼ੀ ਕਰਨ ਦੇ ਲਈ ਉਹ ਪਾਸ ਕਰਾ ਕੇ, ਲਾਗੂ ਕਰਾ ਕੇ ਰੱਖ ਲਿਆ। ਬਸ ਨੋਟੀਫਿਕੇਸ਼ਨ ਕਰਨੀਆਂ, ਸਾਡੇ ਉਹੀ ਜ਼ਹਿਰ ਦੇ ਦਿਓ, ਗੋਲੀਆਂ ਮਾਰ ਦਿਓ। ਮੈਂ ਤੁਹਾਡੀ ਗੱਲ ਇਸ ਕਰਕੇ ਜਾਣਨਾ ਚਾਹੁੰਦਾ ਕਿਉਂਕਿ ਜਦੋਂ ਕਰੋਨਾ ਸੰਕਟ ਫੈਲਿਆ ਤੇ ਜਿਹੜੇ ਹੈਲਥ ਵਰਕਰ ਸਨ ਉਹਨਾਂ ਨੂੰ ਕਰੋਨਾ ਯੋਧਾ ਦੱਸਿਆ ਗਿਆ, ਜਿਹੜੀ ਵੀ ਐਮਰਜੈਂਸੀ ਸੇਵਾਵਾਂ 'ਚ ਲੱਗੇ ਹੋਏ ਸਨ। ਤੁਸੀਂ ਵੀ ਲਗਭਗ ਸਾਰੀ ਐਮਰਜੈਂਸੀ ਸੇਵਾਵਾਂ ਆਪਾਂ ਇਸ ਕਰਕੇ ਕਹਿ ਸਕਦੇ ਹਾਂ, ਜੇ ਕੋਈ ਕਰੋਨਾ ਦਾ ਪੇਸ਼ੈਂਟ ਹੈ ਤੁਹਾਨੂੰ ਉਹ ਵੀ ਛੱਡਣਾ ਪੈਂਦਾ ਹਸਪਤਾਲਾਂ ਵਿੱਚ, ਹੋਰ ਵੀ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ। ਤੁਹਾਨੂੰ ਸਰਕਾਰ ਦੇ ਵੱਲੋਂ ਕੋਈ ਮਦਦ ਮਿਲੀ? ਦੇਖੋ ਜੀ, ਸਰਕਾਰ ਨੇ ਮਦਦ ਤਾਂ ਤੁਸੀਂ ਦੇਖੋ, ਮਦਦ ਦੀ ਤਾਂ ਜੇ ਮਦਦ ਮਿਲਣੀ ਹੁੰਦੀ ਅਸੀਂ ਉਰੇ ਮਜਬੂਰ ਹੋ ਕੇ ਕਿਉਂ ਬਹਿੰਦੇ? ਕੋਈ ਮਦਦ ਨਹੀਂ ਮਿਲੀ। ਉੱਤੋਂ ਜੀ ਟੈਕਸ ਜਿਹੜੇ ਪੰਜਾਬ ਦੇ ਟੈਕਸ ਸੀ ਨਾ 5 ਗੁਣਾ ਪੈਨਲਟੀ ਨਾਲ ਪੇ ਕਰਿਆ ਟੈਕਸੀ ਮਾਲਕਾਂ ਨੇ, ਪੂਰੇ ਖੱਜਲ ਹੋ ਕੇ। ਕਦੇ ਕੋਡ ਨਹੀਂ ਮਿਲਦਾ, ਕਦੇ ਕੁਛ ਨਹੀਂ ਹੁੰਦਾ, ਤੇ ਜਾਣੀ ਪੂਰੇ ਖੱਜਲ ਹੋ ਗਏ ਅਸੀਂ ਜਿਹੜੇ ਟੈਕਸ ਆ ਪੇ ਕਰ ਰਹੇ ਆ। ਸਾਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ ਗਈ। ਕਰੋਨਾ ਆਹ ਵਾਲਾ ਡਾਕੂਮੈਂਟ ਫੜਿਆ, ਇਹ ਕਿਸ ਚੀਜ਼ ਦਾ ਡਾਕੂਮੈਂਟ ਹੱਥ 'ਚ? ਇਹ ਦੇਖੋ ਜੀ, ਮੈਂ ਦਿਖਾ ਦਿੰਦਾ। ਇਹ ਮੈਂ ਲੋਹਾ ਘਟਾਲਾ ਹੁੰਦਾ 2004 ਦੇ ਵਿੱਚ, ਜਿਹਦੇ 'ਚ 2 ਅਫਸਰ ਜਿਹੜੇ ਪੰਜਾਬ ਦੇ, ਇੱਕ PCS ਇੱਕ IS, 2 ਚੀਫ ਸੈਕਟਰੀ ਇਹਨਾਂ ਦੇ ਖਿਲਾਫ ਰਿਪੋਰਟ ਬਣਾਉਂਦੇ ਆ ਤੇ ਬਾਦਲ ਸਾਹਿਬ ਨੇ ਵੀ ਘੋਰ ਲਾਪਰਵਾਹੀ ਕਰਨ ਦੇ ਦੋਸ਼ੀ ਠਹਿਰਾਇਆ ਸੀ। ਕਿਹੜੇ ਅਫਸਰ? ਇਹਦੇ 'ਚ ਇੱਕ ਤਾਂ ਸੀਗੇ ਡਾਕਟਰ ਅਮਰਪਾਲ ਸਿੰਘ, ਇੱਕ ਸੀਗੇ ਜਿਹੜੇ ਆਪਣੇ ਇਹਦੇ ਵਿੱਚ IS, ਜਿਹੜੇ IS ਅਫਸਰ ਸੀਗੇ 1999 ਬੈਚ ਦੇ, ਸਰੋਜ ਜੀ। ਅੱਛਾ, ਹਾਂਜੀ। ਇਹਨਾਂ ਨੂੰ ਲੋਹਾ ਘਟਾਲਾ ਜਿਹੜਾ ਹੋਇਆ, ਲੋਹੇ ਘਟਾਲੇ ਦੇ ਵਿੱਚ 2 ਚੀਫ ਸੈਕਟਰੀਆਂ ਨੇ ਰਿਪੋਰਟ ਇਹਨਾਂ ਦੇ ਖਿਲਾਫ ਬਣਾਈ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਜ਼ਾ ਕੀ ਦਿੱਤੀ ਜਾਵੇ? ਸਰੋਜ ਕੁਮਾਰ ਜੀ ਜਿਹੜੇ ਸੀਗੇ ਆਪਣੇ, ਉਹਨਾਂ ਨੂੰ UPS ਦੀ ਸਲਾਹ ਤੇ ਸਜ਼ਾ ਦਿੱਤੀ ਜਾਵੇ। ਡਾਕਟਰ ਅਮਰਪਾਲ ਨੂੰ PCS ਦੀ ਸਲਾਹ ਤੇ 2013 ਵਿੱਚ ਸਜ਼ਾ ਦਿੱਤੀ ਜਾਵੇ ਤੇ ਵੱਡਾ ਜੁਰਮਾਨਾ 1970 ਦੇ ਤਹਿਤ ਇਹਨਾਂ ਦਾ ਰੈਂਕ ਵੀ ਘਟਾਇਆ ਜਾਵੇ। ਪਰ ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਵੀ ਬਾਦਲ ਸਾਹਿਬ ਨੇ ਬਸ ਇੱਕ ਚੇਤਾਵਨੀ ਦੇ ਕੇ ਛੱਡਿਆ। ਸਾਨੂੰ ਤਾਂ ਇਹ ਨਹੀਂ ਅੱਜ ਪਤਾ ਲੱਗ ਰਿਹਾ ਵੀ ਸਰਕਾਰ ਬਾਦਲ ਪਰਿਵਾਰ ਚਲਾ ਰਿਹਾ ਵਾ ਜਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਕਾਂਗਰਸ ਦੀ। ਮਸਲਾ ਤੁਹਾਡਾ ਟੈਕਸੀਆਂ ਦਾ ਹੈਗਾ ਨਾ, ਤੇ ਇਹ ਤੁਸੀਂ ਲੋਹੇ ਘੁਟਾਲੇ ਵਾਲਾ ਡਾਕੂਮੈਂਟ ਕਿਉਂ ਚੁੱਕੇ ਹੋਏ ਆ ਅੱਜ ਨਾਲ? ਦੇਖੋ ਜੀ, ਉਹ ਮਜਬੂਰ ਹੋਇਆ ਇਹਨਾਂ ਦੇ ਵੀ ਲਿੰਕ ਜਿਹੜੇ ਬਾਦਲ ਪਰਿਵਾਰ ਦੇ ਨਾਲ ਨੇ। ਅੱਛਾ, ਜਿਹੜੇ ਅਧਿਕਾਰੀਆਂ ਦੇ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੇ ਲਿੰਕ? ਹਾਂਜੀ। ਬਾਦਲ ਪਰਿਵਾਰ ਨੇ ਡਾਕਟਰ ਅਮਰਪਾਲ ਨੂੰ ਬਸ ਇੱਕ ਚੇਤਾਵਨੀ ਦੇ ਕੇ ਛੱਡ ਰਿਹਾ। ਮੈਂ ਉਹੀ ਤੁਹਾਨੂੰ ਕਹਿ ਰਿਹਾ ਵੀ ਸਾਨੂੰ ਤਾਂ ਇਹ ਪਤਾ ਨਹੀਂ ਲੱਗ ਰਿਹਾ ਵੀ ਸਰਕਾਰ ਅਕਾਲੀ ਚਲਾ ਰਹੇ ਆ ਜਾਂ ਕੈਪਟਨ ਸਰਕਾਰ ਚਲਾ ਰਹੀ ਆ, ਕਾਂਗਰਸ ਸਰਕਾਰ। ਡਾਕਟਰ ਅਮਰਪਾਲ ਹੁਣ ਕਿਸ ਪੋਸਟ ਤੇ ਗਏ? IS ਰੈਂਕ ਵਧਾ ਦਿੱਤਾ ਗਿਆ। 24 ਕਰੋੜ ਦੇ ਘਟਾਲੇ ਵਾਲਿਆਂ ਨੂੰ ਰੈਂਕ ਵਧਾ ਕੇ ਪੁਸ਼ਟੀ ਕੀਤੀ ਗਈ ਵੀ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ। ਤੁਸੀਂ ਦੇਖੋ ਵੀ ਇੱਕ ਪਾਸੇ ਤਾਂ 24 ਕਰੋੜ ਦਾ ਘਟਾਲਾ ਹੁੰਦਾ, ਮੁੱਖ ਮੰਤਰੀ ਸਾਹਿਬ
ਇਨਵੈਸਟੀਗੇਸ਼ਨ ਕਰਦੇ ਆ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਇੱਕ ਚੇਤਾਵਨੀ ਦੇ ਕੇ ਛੱਡ ਰਹੇ ਆ। ਫਿਰ ਮੈਂ ਵੀ ਅੱਜ ਉਹ ਬੈਨਰ ਲੱਗਿਆ ਹੋਇਆ ਵੀ ਜਦੋਂ ਤੁਸੀਂ ਇਹਨਾਂ ਨੂੰ 24 ਕਰੋੜ ਦੇ ਘਟਾਲੇ ਵਾਲਿਆਂ ਨੂੰ ਛੱਡਤਾ, ਸਾਡੇ ਵੀ ਆ ਲੋਨ ਮਾਫ ਕਰ ਦਿਓ। ਸਾਡਾ ਤਾਂ ਲੋਨ ਹੀ ਨਹੀਂ ਇੰਨਾ ਬਣਨਾ, ਸਾਡਾ ਤਾਂ ਲੋਨ ਹੀ ਸਾਰਾ 10-15 ਕਰੋੜ ਬਣਨਾ ਵਾ। ਸਰਕਾਰ ਮਾਫ ਕਰ ਦੇ, ਅਸੀਂ ਘਰੋਂ ਬਾਹਰ ਨਹੀਂ ਨਿਕਲਦੇ। ਰੋਜ਼ ਦੇ ਫਰਮਾਨ, ਕਦੇ 50% ਸਵਾਰੀ ਲਿਜਾਓ, ਕਦੇ ਤੁਸੀਂ ਘਰਾਂ ਦੇ ਵਿੱਚ ਬੰਦ ਰਹੋ, ਕਦੇ ਤੁਸੀਂ ਸੋਸ਼ਲ ਡਿਸਟੈਂਸ ਰੱਖੋ। ਅਸੀਂ ਮਜਬੂਰ ਹੋ ਗਏ, ਅੱਕ ਚੁੱਕੇ ਹਾਂ ਅਸੀਂ। ਕਿਸ਼ਤਾਂ ਦੇਣੀਆਂ, ਕਿੱਥੋਂ ਅਸੀਂ ਘਰ ਦਾ ਖਰਚਾ ਚਲਾਉਣਾ। ਤੁਸੀਂ ਆਹ ਦੇਖ ਲਓ ਵੀ ਟੈਕਸ ਟੁੱਟੇ ਪਏ ਆ, ਪਾਸਿੰਗਾਂ ਟੁੱਟੀਆਂ ਪਈਆਂ, ਇੱਥੋਂ ਤੱਕ ਵੀ ਇੰਸ਼ੋਰੈਂਸਾਂ ਵੀ ਟੁੱਟੀਆਂ ਪਈਆਂ। ਜੇ ਇੱਕ ਅੱਧਾ ਗੇੜਾ ਲੱਗਦਾ ਪਰਿਵਾਰ ਦਾ ਗੁਜ਼ਾਰਾ ਮਸਾਂ ਚੱਲਦਾ। ਪਰ ਮੈਨੂੰ ਬੜੀ ਨਮੋਸ਼ੀ ਨਾਲ ਕਹਿਣਾ ਪੈਂਦਾ ਵੀ ਉੱਥੇ ਹੀ ਗੱਲ ਆ ਜਾਂਦੀ ਆ ਵੀ ਅਸੀਂ ਸ਼ਾਇਦ ਸਾਨੂੰ ਰੋਡ ਤੇ ਗੱਡੀ ਚੜ੍ਹਨ ਆਏ ਲੱਗਦਾ ਵੀ ਅਸੀਂ ਬਾਰਡਰ ਕ੍ਰਾਸ ਕਰਕੇ ਆਏ ਆ। ਨਾਕਿਆਂ ਦੇ ਉੱਤੇ ਟ੍ਰੈਫਿਕ ਖੱਜਲ ਖਰਾਬ ਹੋ ਰਹੇ ਆ ਅਸੀਂ। ਕਰੋਨਾ ਸੰਕਟ ਫੈਲਿਆ ਹੋਇਆ, ਸਰਕਾਰਾਂ ਕਹਿੰਦੀਆਂ ਕਿ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੋ ਨਾ, ਪਰ ਤੁਸੀਂ ਫਿਰ ਵੀ ਇੱਥੇ ਪ੍ਰੋਟੈਸਟ ਕਰ ਰਹੇ ਹੋ, ਕਿਵੇਂ? ਦੇਖੋ ਜੀ, ਕਰੋਨਾ ਇੱਕ ਡਰਾਮਾ ਵਾ। ਕਰੋਨਾ ਦੀ ਆੜ ਦੇ ਵਿੱਚ ਪਾਲਿਸੀਆਂ, ਚਾਹੇ ਉਹ ਕਿਸਾਨੀ ਦੀ ਆਵੇ, ਚਾਹੇ ਉਹ ਲੋਕ ਮਾਰੂ ਨੀਤੀਆਂ, ਕਰੋਨਾ ਦੀ ਆੜ 'ਚ ਆ ਰਹੀਆਂ ਨੇ। ਇਹ ਤੋਂ ਪਹਿਲਾਂ ਨਹੀਂ ਆਈਆਂ। ਮੰਤਰੀਆਂ ਨੂੰ ਦੱਸ ਦਿਓ ਕਰੋਨਾ ਹੋ ਗਿਆ, ਇਹ ਸਰਕਾਰਾਂ ਦੇ ਬਣਾਏ ਹੋਏ ਟਕਵੰਜ ਨੇ। ਤੁਸੀਂ ਦੇਖੋ ਵੀ ਸਾਨੂੰ ਨਹੀਂ ਕਰੋਨਾ ਹੋ ਗਿਆ, ਅਸੀਂ ਵੀ ਲੋਕਾਂ ਦੇ ਵਿੱਚ ਪਬਲਿਕ ਡੀਲਿੰਗ ਰਹੀ ਆ, 에ਅਰਪੋਰਟ ਤੋਂ ਸਵਾਰੀ ਲਿਆਉਣੀ ਛੱਡ ਕੇ। ਹੁਣ ਤੁਹਾਨੂੰ ਇੱਥੇ ਤੱਕ ਕੀ ਦਸੀਏ, ਜਿਹੜੀਆਂ ਸਾਡੇ ਨਾਲ ਸਵਾਰੀਆਂ ਬੈਠ ਕੇ ਆਉਂਦੀਆਂ ਸੀ ਉਹਨਾਂ ਨੂੰ ਇੱਕ ਨੂੰ ਪੋਜ਼ਿਟਿਵ ਕੱਢ ਦਿੰਦੇ ਸੀ, ਇੱਕ ਨੂੰ ਨੈਗੇਟਿਵ ਕੱਢ ਦਿੰਦੇ। ਅਸੀਂ ਵੀ ਉਹਨਾਂ ਨੇ ਬੈਠ ਕੇ ਆਉਂਦੇ ਸੀ। ਇੱਕ ਇਹ ਡਰਾਮਾ ਬੜੇ ਤਕੜੇ ਹਾਈ ਸਕੇਲ ਤੇ ਗੇਮ ਚੱਲ ਰਹੀ ਆ ਸਰਕਾਰਾਂ ਦੀ, ਡਰਾਮਾ ਚੱਲ ਰਿਹਾ ਕਰੋਨਾ ਕੋਵਿਡ ਦੀ ਆੜ ਦੇ ਵਿੱਚ। ਲੋਕਾਂ ਨੂੰ ਜਬਰੀ ਵਸੂਲੀ ਹੋ ਰਹੀ ਆ, ਚਾਹੇ ਉਹ ਟੈਕਸਾਂ ਦੀ ਲਾ ਲਓ, ਚਾਹੇ ਉਹ ਚਲਾਨਾਂ ਦੀ ਲਾ ਲਓ, ਕੋਈ ਵੀ ਲਾ ਲਓ। ਕਰੋਨਾ ਦੀ ਆੜ ਦੇ ਵਿੱਚ ਮੈਨੂੰ ਲੱਗਦਾ ਬਰਬਾਦ ਕਰਤਾ ਇਹਨਾਂ ਨੇ। ਕਲਸੀ ਜੀ, ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਤੁਸੀਂ ਸਰਕਾਰਾਂ ਤੋਂ ਮੰਗ ਕੀ ਕਰਦੇ ਹੋ? ਸਰਕਾਰਾਂ ਤੋਂ ਮੰਗ ਤਾਂ ਅਸੀਂ ਪਹਿਲਾਂ 1 ਸਾਲ ਤੋਂ ਕਰ ਰਹੇ ਹਾਂ ਵੀ ਜਿਹੜੇ ਸਾਡੇ ਟੁੱਟੇ ਹੋਏ ਟੈਕਸ ਪੈਂਡਿੰਗ ਪਏ ਆ ਉਹ ਮਾਫ ਕੀਤੇ ਜਾਣ, ਜਿਹੜੇ ਪਾਸਿੰਗਾਂ ਨੇ ਉਹ ਮਾਫ ਕੀਤੀਆਂ ਜਾਣ, ਜਾਂ ਕੋਈ ਵੀ ਸਾਡਾ ਜਿਹੜਾ ਮਗਰਲਾ ਟੈਕਸ ਟੁੱਟਿਆ। ਜਦੋਂ 66 ਕਰੋੜ ਤੁਸੀਂ ਕੋਆਪਰੇਟ ਘਰਾਣਿਆਂ ਨੂੰ ਵੱਡਿਆਂ ਨੂੰ ਛੱਡਤਾ ਤੇ ਸਾਡਾ ਤਾਂ ਟੈਕਸ ਵੀ ਕੁਝ ਨਹੀਂ ਬਣਦਾ। ਤੇ ਜਿਹੜੇ ਲੋਕਾਂ ਨੇ ਭਰਾਏ ਆ ਟੈਕਸ ਉਹ ਅੱਗੇ ਕੁਆਟਰਾਂ 'ਚ ਐਡਜਸਟ ਕਰੋ, ਕਿਉਂਕਿ ਅਸੀਂ ਵੀ ਇਸ ਪੰਜਾਬ ਸੂਬੇ ਨੂੰ ਰੈਵਨਿਊ ਦਿੰਦੇ ਆ। ਮੇਰਾ ਇਹੀ ਆ ਵੀ ਸਾਡੀ ਜਿਹੜੀ ਸੁਣਵਾਈ ਆ ਸੁਣੀ ਜਾਵੇ, ਜੇ ਨਾ ਸੁਣੀ ਅਸੀਂ ਮਜਬੂਰਨ ਆਉਣ ਵਾਲੀ 15 ਤਰੀਕ ਨੂੰ, ਜਿਸ ਦਿਨ ਟਰਾਂਸਪੋਰਟ ਮੰਤਰੀ ਨੇ ਜ਼ਿਲ੍ਹਾ ਅਨਾਉਂਸ ਕਰਨਾ ਮਲੇਰਕੋਟਲਾ, ਅੱਜ ਤਾਂ ਅਸੀਂ ਘੱਟ ਗਿਣਤੀ ਦੇ ਵਿੱਚ ਆਏ ਆ, ਸਿਰਫ ਕਮੇਟੀ ਮੈਂਬਰ ਕਮੇਟੀਆਂ ਆਈਆਂ ਨੇ 22 ਜ਼ਿਲ੍ਹਿਆਂ ਦੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਉਸ 15 ਤਰੀਕ ਨੂੰ ਅਸੀਂ ਉੱਥੇ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਉਹਨਾਂ ਨੂੰ ਦੇ ਕੇ ਆਵਾਂਗੇ। ਸਰਕਾਰ ਚਲਾਵੇ, ਸਰਕਾਰ 50% ਨਾ ਚਲਾ ਲਵੇ, ਸਰਕਾਰ ਇਹਨਾਂ ਨੂੰ ਜਿੱਥੇ ਕਹੂਗੀ ਉੱਥੇ ਲਾ ਦੇਵਾਂਗੇ। ਸਾਨੂੰ ਉਹਦੀ ਕੀਮਤ ਦਿੱਤੀ ਜਾਵੇ। ਇਹਨਾਂ ਨੇ GST ਵੀ ਲਿਆ ਜਦੋਂ ਅਸੀਂ ਗੱਡੀ ਲਈ, ਸਰਕਾਰਾਂ ਨਹੀਂ ਲਏ ਪੈਸੇ, ਤਾਂ ਟੈਕਸ ਵੀ ਸਾਤੋਂ ਲਏ। ਅਸੀਂ ਤਾਂ ਕਹਿੰਦੇ ਆ ਸਾਨੂੰ 10% ਹੀ ਮੋੜ ਦਿਓ, ਜਿੱਥੇ ਮਰਜ਼ੀ ਲਵਾ ਲਓ, ਤੁਸੀਂ ਚਲਾਓ, ਤੁਸੀਂ ਇਹਦਾ ਟੈਕਸ ਭਰੋ, ਤੁਸੀਂ ਨਾ ਭਰੋ, ਸਾਨੂੰ ਛੁੱਟੀ ਦਿਓ। ਅੱਕ ਗਏ ਆ ਅਸੀਂ ਹੁਣ। ਇਹ ਕੇਂਦਰ ਦੀ ਜਿਹੜੀ ਟਰਾਂਸਪੋਰਟ ਪਾਲਿਸੀ ਹੈਗੀ ਹੈ, ਇਹ ਸਟੇਟ ਦੇ ਉੱਤੇ ਲਾਗੂ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਕੀ ਕਹਿੰਦੇ ਤੁਸੀਂ? ਦੇਖੋ, ਕੇਂਦਰ ਦੀ ਸਰਕਾਰ ਜਿਹੜੀ ਪਾਲਿਸੀਆਂ ਲੈ ਕੇ ਆ ਰਹੀ ਆ, ਮੈਂ ਪਹਿਲਾਂ ਵੀ ਇਹੀ ਕਿਹਾ ਵੀ ਸੂਬੇ ਦੇ ਅਫਸਰਸ਼ਾਹੀ ਜਿਹੜੀ ਬਾਅਦ 'ਚ ਹੀ ਕਿਉਂ ਜਾਗਦੀ ਆ। ਜਦੋਂ ਬੜੀ ਹੈਰਾਨੀ ਦੀ ਗੱਲ, ਜਦੋਂ ਇਹਨਾਂ ਨੂੰ ਆ ਨੋਟੀਫਿਕੇਸ਼ਨ ਦੀ ਕਾਪੀ ਅਸੀਂ ਪੜ੍ਹਾਈ ਆ ਕੇ 1 ਤਰੀਕ ਨੂੰ, ਇਹਨਾਂ ਨੇ ਪੋਰਟਲ ਹੀ ਬੰਦ ਕਰਤਾ। ਕਹਿੰਦੇ ਅਸੀਂ ਕਾਪੀ ਪਹਿਲੀ ਵਾਰ ਦੇਖੀ ਆ। 10 ਮਾਰਚ ਦੀ ਨੋਟੀਫਿਕੇਸ਼ਨ ਹੋਈ ਹੋਵੇ ਤੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਵੀ ਕਾਪੀ ਅਸੀਂ ਫਿਰ ਪੜ੍ਹ ਕੇ ਵੀ ਨਹੀਂ ਦੇਖੀ ਕਾਪੀ। ਅੱਜ ਤੁਸੀਂ ਦੇਖੋ ਵੀ 26 ਦਿਨ ਬੀਤ ਚੁੱਕੇ ਆ, 10 ਮਾਰਚ ਦੀ ਲਾਗੂ ਹੋਈ ਆ ਨੋਟੀਫਿਕੇਸ਼ਨ, ਤੇ ਪੋਰਟਲ ਹੀ ਬੰਦ ਕਰ ਦਿਓ। NIC ਦਾ ਹੈੱਡ ਪੋਰਟਲ ਹੀ ਬੰਦ ਕਰ ਦੇਵੇ। ਮੈਂ ਤਾਂ ਇਹਨਾਂ ਨੂੰ ਸਿੱਧਾ ਕਹਿਣਾ ਵੀ ਜਿਹੜੇ ਤੁਹਾਡੇ ਅੰਦਰਲੇ ਜਿਹੜੇ ਉਹ ਆ, ਸਾਨੂੰ ਨਾ ਖੱਜਲ ਕਰੋ। ਤੁਸੀਂ ਆਪਸ 'ਚ ਨਿਬੇੜੋ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ। ਸਾਨੂੰ ਲੋਕਾਂ ਦਾ ਕੀ ਕਸੂਰ ਆ ਇਹਦੇ 'ਚ? ਤੁਸੀਂ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਚੰਡੀਗੜ੍ਹ ਦੇ ਬਾਹਰ ਧਰਨਾ ਦੇ ਰਹੇ ਹੋ, ਅਧਿਕਾਰੀ ਕੋਈ ਆਏ ਤੁਹਾਡੇ ਨਾਲ ਮਿਲਣ ਦੀ ਗੱਲਬਾਤ ਕੀਤੀ ਉਹਨਾਂ ਨੇ? ਕੋਈ ਡਿਪਟੀ STC ਸਾਹਿਬ ਆਏ ਸੀ, STA ਆਏ ਸੀ। ਆ ਲਿਆਓ ਜੀ, ਲਿਆਓ ਮੈਮੋਰੈਂਡਮ ਦਿਓ, 24 ਘੰਟਿਆਂ 'ਚ ਚਾਲੂ ਹੋ ਜੂ। ਮੈਂ ਕਿਹਾ ਜੀ ਇਹ ਤਾਂ ਤੁਸੀਂ ਉਦੋਂ ਵੀ ਕਹਿੰਦੇ ਸੀ 24 ਘੰਟਿਆਂ 'ਚ ਚਾਲੂ ਹੋ ਜੂ। ਸਾਨੂੰ ਮੈਂ ਕਿਹਾ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਲੈ ਕੇ ਆਓ ਉਰੇ, ਸਾਨੂੰ ਲਿਖਤੀ ਦੇ ਵਿੱਚ ਦੇਵੇ ਵੀ ਜਿਹੜੀ ਗਲਤੀ ਤੁਸੀਂ ਜਾਂ ਤੁਹਾਡਾ ਸਟਾਫ ਕਰ ਰਿਹਾ। ਹੁਣ ਸਰਕਾਰ ਤਾਂ ਆਥੋਰਾਈਜੇਸ਼ਨ ਬੰਦ ਨਹੀਂ ਕਰੀ, ਇਹਨਾਂ ਨੇ ਚੱਕ ਕੇ ਪੋਰਟਲ ਹੀ ਡਿਲੀਟ ਕਰਤਾ ਆਥੋਰਾਈਜੇਸ਼ਨ ਦਾ। ਉਹ ਤਾਂ ਇਹ ਕਹਿ ਰਿਹਾ ਜਿਹੜੇ ਪਰਮਿਟ ਤੁਹਾਡੇ ਲਾਗੂ ਕੀਤੇ ਗਏ ਆ ਉਹਨਾਂ ਦੇ, ਇਹ ਜਿਹੜੀ ਪਾਲਿਸੀ ਆ ਸਾਡੀ ਜਿਹੜੀ ਲੜਾਈ ਆ 75,000 25,000 ਨੂੰ ਲੈ ਕੇ ਆ, ਇਹਨਾਂ ਨੇ ਪੋਰਟਲ ਹੀ ਬੰਦ ਕਰਤਾ। NIC ਦੇ ਹੈੱਡ ਨੇ, ਪੰਜਾਬ ਦੇ ਨੇ, ਪਤਾ ਨਹੀਂ ਕੀ ਇਹਨਾਂ ਦੀਆਂ ਆਪਸੀਆਂ ਗੱਲਾਂ ਨੇ। ਖੱਜਲ ਲੋਕ ਹੋ ਰਹੇ ਆ। ਜੀ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਤਾਂ ਪਿਛਲਾ ਤੁਸੀਂ ਟੈਕਸ ਮਾਫ ਕਰਨ ਦੀ ਮੰਗ ਕਰ ਰਹੇ ਹੋ ਕਿ ਜਿਹੜੇ ਤੁਹਾਡੇ
ਡਿਊ ਹੋਏ ਨੇ ਟੈਕਸ ਨਾ ਉਹ ਮਾਫ ਕੀਤੇ ਜਾਣ। ਇੱਕ ਜਿਹੜੇ ਨਵੇਂ ਟੈਕਸ ਤੁਸੀਂ ਦੱਸ ਰਹੇ ਹੋ ਕਿ ਹੁਣ 500 ਦੀ ਥਾਂ ਤੇ ਸਾਨੂੰ 25000 ਦੇਣਾ ਪਏਗਾ, 750 ਦੀ ਥਾਂ ਤੇ 75000 ਦੇਣਾ ਪਏਗਾ, ਤੇ ਇਹ ਟੈਕਸ ਦੇਣ ਨੂੰ ਤੁਸੀਂ ਤਿਆਰ ਹੋ ਜਾਂ ਨਹੀਂ? ਦੇਖੋ ਜੀ, ਮੈਂ ਪਹਿਲਾਂ ਕਹਿ ਕੇ ਹਟਿਆ ਵੀ ਅਸੀਂ ਤਾਂ ਦਿੱਲੀ ਤੱਕ ਜਾਣਾ, ਅਸੀਂ ਪੂਰੇ ਨਾਰਥ ਦਾ ਟੈਕਸ ਕਿਉਂ ਦਈਏ? ਦਿੱਲੀ ਤੱਕ ਅਸੀਂ ਜਾਣਾ, ਇਧਰੋਂ ਹਿਮਾਚਲ ਤੱਕ ਜਾਣਾ, ਅਸੀਂ ਪੂਰੇ ਇੰਡੀਆ ਦਾ ਟੈਕਸ। ਕੀ ਪਾਲਿਸੀ ਹੋਣੀ ਚਾਹੀਦੀ ਤੁਹਾਡੇ ਮੁਤਾਬਕ? ਦੇਖੋ ਜੀ, ਇਹ ਪਰ ਸੀਟ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ। ਇਹਨੂੰ ਅਸੀਂ ਮਾਣਯੋਗ ਅਦਾਲਤ 'ਚ ਚੈਲੰਜ ਕਰਨ ਲੱਗੇ ਆਉਣ ਵਾਲੇ ਦਿਨਾਂ 'ਚ। ਸੁਪਰੀਮ ਕੋਰਟ 'ਚ ਵੀ ਇਹਨਾਂ ਨੂੰ ਚੈਲੰਜ ਕਰਾਂਗੇ, ਖਿੱਚ ਕੇ ਸਾਰਿਆਂ ਨੂੰ ਲੈ ਜਾਵਾਂਗੇ ਇਹਨਾਂ ਨੂੰ, ਕਿਉਂਕਿ ਕਿਸਾਨਾਂ ਨੂੰ ਕਹਿ ਰਿਹਾ ਸੁਪਰੀਮ ਕੋਰਟ ਜਾਓ, ਉੱਥੇ ਕਰੋ। ਅਸੀਂ ਜਾਵਾਂਗੇ ਸੁਪਰੀਮ ਕੋਰਟ ਜਾਂ ਹਾਈ ਕੋਰਟ, ਦੇਖਦੇ ਹਾਂ ਸਾਨੂੰ ਮਿਲਦਾ ਇਨਸਾਫ ਜਾਂ ਕਾਰਪੋਰੇਟ ਘਰਾਣਿਆਂ ਨੂੰ ਹੀ ਇਹਦੇ ਵਿੱਚ ਇਨਸਾਫ ਮਿਲ ਰਿਹਾ ਵਾ। 100 ਗੱਡੀ ਦੇ 500 ਗੱਡੀ ਦੇ ਮਾਲਕ ਨੂੰ ਇਨਸਾਫ ਮਿਲ ਰਿਹਾ। ਜੀ। ਅਸੀਂ ਜ਼ਰੂਰ ਜਾਵਾਂਗੇ, ਹਾਈ ਕੋਰਟ ਵੀ ਜਾਵਾਂਗੇ, ਸੁਪਰੀਮ ਕੋਰਟ ਵੀ ਜਾਵਾਂਗੇ। ਫਿਰ ਅਸੀਂ ਲੋਕਾਂ ਨੂੰ ਦੇਖਾਂਗੇ ਵੀ ਇਹ ਸਾਨੂੰ ਅੱਜ ਇਹ ਕਿਸਾਨਾਂ ਨੂੰ ਕਹਿ ਰਿਹਾ ਉੱਠ ਜਾਓ। ਲੋਕ ਜਾਗ ਚੁੱਕੇ ਆ। ਜਿਹੜੇ ਲੋਕ ਅੱਗੇ ਇਹਨਾਂ ਦੇ ਖਿਲਾਫ ਬੋਲਦੇ ਨਹੀਂ ਸੀ, ਕਰੋਨਾ ਕਾਲ ਦੇ ਵਿੱਚ ਇੰਨੇ ਕੁ ਲੋਕ ਅਵੇਅਰ ਹੋ ਚੁੱਕੇ ਆ। ਇਹ ਕਰੋਨਾ ਦਾ ਇੱਕ ਡਰਾਮਾ। ਕਰੋਨਾ ਕਿਉਂ ਨਹੀਂ ਖੋਲ ਰਹੇ? ਇਹਨਾਂ ਨੂੰ ਪਤਾ ਜਿੱਦਣ ਕੋਟਾਂ ਖੁੱਲ ਗਈਆਂ ਲੋਕਾਂ ਨੇ ਇਹਨਾਂ ਦੀ ਬੱਸ ਕਰਾ ਦੇਣੀ ਆ, ਰੱਟਾਂ ਪਾ ਕੇ ਹਾਈ ਕੋਰਟ ਦੇ ਵਿੱਚ, ਜਿਹੜੇ ਇਹਨਾਂ ਨੇ ਘੁਟਾਲੇ ਜਾਂ ਘਪਲੇ ਕੀਤੇ ਆ। ਜੀ ਸ਼ੁਕਰੀਆ ਗੱਲਬਾਤ ਕਰਨੇ ਤੁਹਾਡਾ। ਸੋ ਤੁਸੀਂ ਟੈਕਸੀ ਮਾਲਕਾਂ ਦੀ ਜਿਹੜੀ ਮੁਸ਼ਕਲਾਂ ਹੈਗੀਆਂ ਨੇ ਉਹ ਸੁਣੀਆਂ ਨੇ। ਮੁਸ਼ਕਲਾਂ ਇਹਨਾਂ ਦੀਆਂ ਬਹੁਤ ਸਾਰੀਆਂ ਵੱਡੀਆਂ ਹੈਗੀਆਂ ਨੇ, ਇਸ ਕਰਕੇ ਕਿਉਂਕਿ ਕਰੋਨਾ ਕਰਕੇ ਪਿਛਲੇ 1.5 ਸਾਲ ਤੋਂ ਕੰਮਕਾਜ ਜਿਹੜੇ ਹੈਗੇ ਨੇ ਉਹ ਠੱਪ ਪਏ ਹੋਏ ਨੇ। ਟੈਕਸੀਆਂ ਕਈਆਂ ਦੀ ਤਾਂ ਵਿਕ ਗਈਆਂ ਹੈਗੀਆਂ ਨੇ, ਤੇ ਹੁਣ ਜਿਹੜੇ ਇਹਨਾਂ ਦੇ ਪਿਛਲੇ ਟੈਕਸ ਹੈਗੇ ਨੇ ਉਹ ਵੀ ਉਹ ਮਾਫ ਕਰਾਉਣਾ ਚਾਹੁੰਦੇ ਨੇ। ਸੈਂਟਰ ਦੀ ਜਿਹੜੀ ਪਾਲਿਸੀ ਹੈਗੀ ਟਰਾਂਸਪੋਰਟ ਪਾਲਿਸੀ, ਉਸ ਕਰਕੇ ਵੱਡਾ ਜਿਹੜਾ ਬੋਝ ਇਹਨਾਂ ਦੇ ਉੱਤੇ ਪਿਆ ਹੋਇਆ ਹੈ। ਬਾਈ ਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਜਵਾਹਰ ਸਿੰਘ ਮੱਲੀ ਹੈ ਜੀ, ਆਜ਼ਾਦ ਟੈਕਸੀ ਯੂਨੀਅਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਜੀ। ਜੀ ਮਲਿਕ ਸਾਹਿਬ, ਕੀ ਲੱਗਦਾ ਹੈ ਤੁਹਾਨੂੰ ਜਿਹੜੀ ਸੈਂਟਰ ਦੀ ਪਾਲਿਸੀ ਆਈ ਹੈ? ਪਹਿਲਾਂ ਤਾਂ ਪੰਜਾਬ ਵੀ ਇਸ ਦਾ ਵਿਰੋਧ ਕਰ ਰਿਹਾ ਸੀ ਟਰਾਂਸਪੋਰਟ ਪਾਲਿਸੀ ਦਾ, ਪਰ ਹੌਲੀ ਹੌਲੀ ਜਿਹੜੇ ਕੇਂਦਰ ਆਪਣੀਆਂ ਪਾਲਿਸੀਆਂ ਸਟੇਟਾਂ ਦੇ ਉੱਪਰ ਥੋਪਦਾ ਜਾ ਰਿਹਾ ਹੈ। ਹੁਣ ਵੀ ਜਿੱਦਾਂ ਬਾਈ ਹੋਰਾਂ ਨੇ ਦੱਸਿਆ ਕਿ ਇਸ ਦਾ ਜਿਹੜਾ ਹੈਗਾ ਸਟੇਟ ਦੇ ਰੈਵਨਿਊ ਨੂੰ ਕਾਫੀ ਨੁਕਸਾਨ ਹੋਏਗਾ, ਕੀ ਕਹੋਗੇ? ਬਿਲਕੁਲ ਹੋਊਗਾ ਜੀ, ਕਿਉਂਕਿ ਟੈਕਸੀ ਮਾਲਕ ਚਾਲਕਾਂ ਤੇ ਪਹਿਲਾਂ ਹੀ ਬੋਝ ਬਹੁਤ ਵੱਡਾ ਪਿਆ ਹੋਇਆ, ਜੋ ਕਿ ਕੁਝ ਕਰੋਨਾ ਕਾਲ ਦੇ ਵਿੱਚ ਤੇ ਕੁਝ ਵੈਸੇ ਹੀ ਕੰਮਕਾਰ ਜਿਹੜੇ ਆ ਉਹ ਠੱਪ ਪਏ ਆ। ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਅਸੀਂ ਕਮਰਸ਼ੀਅਲ ਗੱਡੀਆਂ ਵਾਲੇ ਹੱਕ ਸਾਡਾ ਬਣਦਾ ਕੰਮ ਕਰਨ ਦਾ, ਟੈਕਸੀ ਗੱਡੀ ਚਲਾਉਣ ਦਾ, ਤੇ ਪ੍ਰਾਈਵੇਟ ਗੱਡੀਆਂ ਜਿਹੜੀਆਂ ਚੱਲ ਰਹੀਆਂ ਜ਼ਿਆਦਾ ਰੋਡ ਦੇ ਉੱਪਰ, ਤੇ ਉਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾ ਰਿਹਾ, ਕੋਈ ਉਹਨਾਂ ਦੇ ਚਲਾਨ ਨਹੀਂ ਹੋ ਰਹੇ। ਸਾਡੇ ਕਮਰਸ਼ੀਅਲ ਗੱਡੀਆਂ ਦੇ ਇਹ ਮਹਿਕਮਾ, ਚਾਹੇ ਉਹ ਪੁਲਿਸ ਮਹਿਕਮਾ, ਚਾਹੇ ਉਹ ਆਰਟੀਓ ਮਹਿਕਮਾ, ਜਾਣ ਬੁੱਝ ਕੇ ਸਾਡੇ ਚਲਾਨ ਕੱਟਦੇ ਆ ਔਰ ਜਾਣ ਬੁੱਝ ਕੇ ਸਾਨੂੰ ਜਿਹੜਾ ਹੈਗਾ ਖੱਜਲ ਖਵਾਰ ਕਰਦੇ ਆ। ਉਸ ਤੋਂ ਬਾਅਦ ਅਸੀਂ ਵੀ ਜਿਹੜਾ ਹੈਗਾ ਅੱਜ ਅਸੀਂ ਜਿੱਦਾਂ ਤੁਹਾਨੂੰ ਦਿਖਾਇਆ ਵੀ ਅਸੀਂ ਜਿਹੜੇ ਆਪਦੇ ਪਰਮਿਟ ਇਹਨਾਂ ਕੋਲੇ ਜਮ੍ਹਾਂ ਕਰਾਉਣ ਆਏ ਆ ਵੀ ਸਾਡੇ ਪਰਮਿਟ ਕੈਂਸਲ ਕਰਕੇ ਸਾਨੂੰ ਗੱਡੀਆਂ ਪ੍ਰਾਈਵੇਟ ਕੀਤੀਆਂ ਜਾਣ, ਤਾਂ ਜੋ ਅਸੀਂ ਵੀ ਪ੍ਰਾਈਵੇਟ, ਜਿੱਦਾਂ ਪ੍ਰਾਈਵੇਟ ਮਾਫੀਆ ਗੱਡੀਆਂ ਚਲਾ ਰਿਹਾ, ਤੇ ਉੱਦਾਂ ਅਸੀਂ ਵੀ ਜਿਹੜਾ ਹੈਗਾ ਆਪਦੀਆਂ ਗੱਡੀਆਂ ਚਲਾਈਏ। ਤੇ ਅਸੀਂ ਇਹਨਾਂ ਨੂੰ ਟੈਕਸ ਅਸੀਂ ਕਿੱਥੋਂ ਦਈਏ ਜਦੋਂ ਕਿ ਸਾਡੇ ਕੋਲੇ ਕੰਮਕਾਰ ਨਹੀਂ ਹੈਗਾ। ਜੀ, ਕਿਸਾਨ ਕਹਿੰਦੇ ਨੇ ਕਿ ਖੇਤੀ ਲਾਹੇਵੰਦ ਸੌਦਾ ਨਹੀਂ ਰਹਿ ਗਿਆ, ਉਹ ਖੇਤੀਬਾੜੀ ਛੱਡਣਾ ਚਾਹੁੰਦੇ ਨੇ। ਤੁਸੀਂ ਟੈਕਸੀ ਦਾ ਕੰਮ ਕਰਨੇ ਹੋ, ਤੁਸੀਂ ਹੁਣ ਟੈਕਸੀ ਵਾਲਾ ਕਹਿੰਦੇ ਹੋ ਕਿ ਟੈਕਸੀ ਵੀ ਲਾਹੇਵੰਦ ਸੌਦਾ ਨਹੀਂ ਰਹਿ ਗਿਆ, ਤੁਸੀਂ ਟੈਕਸੀ ਛੱਡਣਾ ਚਾਹੁੰਦੇ ਹੋ। ਇਹ ਸਰਕਾਰ ਦੀ ਜਿਹੜੀਆਂ ਨੀਤੀਆਂ ਹੈਗੀਆਂ ਨੇ ਉਸ ਨੂੰ ਲੈ ਕੇ ਲੋਕ ਸੜਕਾਂ ਦੇ ਉੱਤੇ ਬੈਠੇ ਹੋਏ ਨੇ। ਜੇ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਤੇ ਫਿਰ ਅਗਲਾ ਐਕਸ਼ਨ ਕੀ ਹੋਵੇਗਾ ਤੁਹਾਡਾ? ਦੇਖੋ ਜੀ, ਅਗਲਾ ਐਕਸ਼ਨ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਅਸੀਂ ਕਿ ਅਸੀਂ ਤਾਂ ਹੁਣ ਸਾਡੇ ਜਿੱਦਾਂ ਪਹਿਲਾਂ ਸਾਡੇ ਕਈ ਵੀਰ ਸੁਸਾਈਡ ਵੀ ਕਰ ਚੁੱਕੇ ਆ, ਕਈ ਵੀਰਾਂ ਦੀਆਂ ਗੱਡੀਆਂ ਵਿਕ ਚੁੱਕੀਆਂ। ਉਹਦੇ ਬਾਵਜੂਦ ਵੀ ਅਸੀਂ ਸਰਕਾਰ ਨੂੰ ਗੁਹਾਰ ਲਾਈ ਆ ਕਿ ਸਾਡੇ ਜਿਹੜੇ ਹੈਗੇ ਆ ਕੋਵਿਡ ਦੇ ਵਿੱਚ ਜਿਹੜੀ ਸਾਨੂੰ ਮਹਾਮਾਰੀ ਦੇ ਵਿੱਚ ਮਾਰ ਪਈ ਆ, ਉਹਦੇ ਜਿਹੜੇ ਟੈਕਸ ਮਾਫ ਕੀਤੇ ਜਾਣ, ਪਾਸਿੰਗਾਂ ਮਾਫ ਕੀਤੀਆਂ ਜਾਣ, ਇੰਸ਼ੋਰੈਂਸਾਂ ਮਾਫ ਕੀਤੀਆਂ ਜਾਣ, ਤੇ ਨਾਲ ਦੀ ਨਾਲ ਜੋ ਗੱਡੀਆਂ ਸਾਡੀਆਂ ਲੋਨ ਤੇ ਸੀ ਉਹਨਾਂ ਦੇ ਉੱਪਰ ਲੋਨ ਕੰਪਨੀਆਂ ਆਪਣੀ ਮਨਮਰਜ਼ੀ ਦਾ ਜਿਹੜਾ ਵਿਆਜ ਸਾਡੇ ਤੋਂ ਵਸੂਲ ਰਹੀਆਂ ਧੱਕੇ ਨਾਲ, ਜ਼ਬਰਦਸਤੀ। ਤੇ ਅਸੀਂ ਇਹ ਸਰਕਾਰ ਨੂੰ ਅਸੀਂ ਗੁਹਾਰ ਲਾਈ ਆ, ਪਰ ਸਰਕਾਰ ਜਿਹੜੀ ਹੈਗੀ ਸਾਡੀ ਕਿਸੇ ਪਾਸੇ ਸਾਡੀ ਬਾਤ ਨਹੀਂ ਪੁੱਛ ਰਹੀ। ਅਸੀਂ ਇੰਡੀਆ ਗਵਰਨਮੈਂਟ ਦੇ ਵਿੱਚ, ਇੰਡੀਆ ਗਵਰਨਮੈਂਟ ਦੇ ਰੈਵਨਿਊ ਦੇ ਵਿੱਚ ਸਭ ਤੋਂ ਵੱਧ ਅਸੀਂ ਵਾਅਦਾ ਕਰਦੇ ਹਾਂ, ਸਭ ਤੋਂ ਵੱਧ ਅਸੀਂ ਟੈਕਸ ਪੇ ਕਰਦੇ ਹਾਂ, ਜਿਹਦੇ ਬਾਵਜੂਦ ਇਸ ਸਰਕਾਰ ਨੂੰ ਸਾਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ, ਉਸ ਦੇ ਬਾਵਜੂਦ ਵੀ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਸਾਨੂੰ ਜਿਹੜੀ ਆ ਕੋਈ ਸਹੂਲਤ ਨਹੀਂ ਮਿਲ ਰਹੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਲੱਗਦਾ ਵੀ ਜਿੱਦਾਂ ਅਸੀਂ ਵੀ ਇਹਦੀਆਂ ਜਿਹੜੀਆਂ ਗੱਡੀਆਂ ਦੀਆਂ ਆਪਣੀਆਂ ਚਾਬੀਆਂ ਜਾਂ ਪਰਮਿਟ ਕੈਂਸਲ ਕਰਾ ਕੇ ਅਸੀਂ ਇਸ ਭੁੱਖਮਰੀ ਦੇ ਅਸੀਂ ਵੀ ਸ਼ਿਕਾਰ ਹੋ ਸਕਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਜਿਹੜੇ ਟੈਕਸੀ ਮਾਲਕ ਹੈਗੇ ਨੇ ਉਹਨਾਂ ਦਾ ਵੀ ਜਿਹੜਾ ਕੰਮ ਧੰਦਾ ਹੈ ਉਹ ਠੱਪ ਹੋ ਚੁੱਕਿਆ ਹੈ, ਤੇ ਜਿਹੜੀਆਂ ਚਾਬੀਆਂ ਹੈਗੀਆਂ ਗੱਡੀਆਂ ਦੀਆਂ ਉਹ ਪੰਜਾਬ ਸਰਕਾਰ ਨੂੰ ਉਹ ਸੌਂਪਣ ਦੇ ਲਈ ਤਿਆਰ ਹੈਗੇ ਨੇ। ਦੂਜੇ ਪਾਸੇ ਸਰਕਾਰਾਂ ਕਹਿ ਰਹੀਆਂ ਅਸੀਂ ਹਰ ਘਰ ਦੇ ਵਿੱਚ
ਨੌਕਰੀ ਦੇਣੀ ਹੈ, ਪਰ ਇੱਥੇ ਹਰ ਘਰ ਦੇ ਵਿੱਚੋਂ ਨੌਕਰੀ ਜਾਂਦੀ ਜਿਹੜੀ ਹੈਗੀ ਹੈ ਉਹ ਨਜ਼ਰ ਆ ਰਹੀ ਹੈ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਹੁਣ ਸਰਕਾਰਾਂ ਇਸ ਮੁੱਦੇ ਨੂੰ ਕਿਵੇਂ ਲੈਂਦੀਆਂ ਨੇ ਤੇ ਟੈਕਸੀ ਮਾਲਕਾਂ ਦੀ ਜਿਹੜੀ ਮੁਸ਼ਕਿਲਾਂ ਹੈਗੀਆਂ ਨੇ ਉਹਨਾਂ ਦਾ ਹੱਲ ਕੀ ਕਰਦੀਆਂ ਨੇ। ਸੋ ਟਰਾਂਸਪੋਰਟ ਕਮਿਸ਼ਨਰ ਡਾਕਟਰ ਅਮਰਪਾਲ ਨਾਲ ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਫ਼ਤਰ ਵਿੱਚ ਹਾਲੇ ਵੀ ਅਸੀਂ ਬੈਠੇ ਹੋਏ ਹਾਂ ਤੇ ਉਹ ਮੀਟਿੰਗ ਦੇ ਵਿੱਚ ਕਾਫੀ ਰੁੱਝੇ ਹੋਏ ਸਨ। ਕੋਸ਼ਿਸ਼ ਕਰਾਂਗੇ ਮੀਟਿੰਗ ਖਤਮ ਹੁੰਦੀ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਕਿਹਾ ਕੀ ਕਹਿੰਦੇ ਸਾਹਿਬ ਜੀ, ਆਉਣਗੇ ਥੱਲੇ ਜਾਂ ਅਸੀਂ ਸ਼ਟਰ ਸਿੱਟ ਕੇ ਜਿੰਦਾ ਲਾਈਏ ਜੀ? ਨਹੀਂ ਦੇਖੋ ਤੁਸੀਂ ਥੱਲੇ ਆਏ ਸੀ, ਤੁਹਾਨੂੰ ਕਿਹਾ ਵੀ ਅਸੀਂ ਸਾਹਿਬ ਨਾਲ ਗੱਲ ਕਰਨੀ ਆ, ਠੀਕ ਆ ਜੀ। ਹੁਣ ਕਰੋਨਾ ਦੇਖੋ, ਜੇ ਤਾਂ ਆਉਣਾ ਠੀਕ ਆ, ਅਸੀਂ ਥੱਲੇ ਸਿੱਟ ਕੇ ਜਿੰਦਾ ਲਾ ਦਿੰਦੇ ਹਾਂ, ਅਸੀਂ ਤਾਂ ਵਿਹਲੇ ਹੀ ਆ ਜੀ। ਊਂ ਵੀ ਅਸੀਂ ਮਰਨਾ, ਤੁਹਾਨੂੰ ਵੀ ਅੰਦਰ ਰੱਖਾਂਗੇ, ਅਸੀਂ ਵੀ ਉਰੇ ਬੈਠੇ ਰਹਿੰਦੇ ਹਾਂ। ਅਸੀਂ ਅਨਾਉਂਸ ਕਰ ਦਿੰਦੇ ਹਾਂ ਫਿਰ ਵੀ ਹਜੇ ਤਾਂ ਕਮੇਟੀ ਮੈਂਬਰ ਆਏ ਸੀ ਜੀ, ਆ ਜਾਓ ਪੂਰਾ ਪੰਜਾਬ ਆ ਜਾਓ। ਹਾਂਜੀ ਬਾਈ ਜੀ, ਤੁਸੀਂ ਡਿਪਟੀ STC ਹੋ, ਤੁਸੀਂ ਕਹਿੰਦੇ ਹੋ ਮੇਰੇ ਨਾਲ ਨਹੀਂ ਕਰਨੀ, ਹੋਰ ਕਿਹਦੇ ਕੋ ਕਰੀਏ ਅਸੀਂ? ਹਾਂਜੀ ਨਹੀਂ ਜਦੋਂ STC ਸਾਹਿਬ ਮੌਜੂਦ ਨੇ ਜੀ। ਨਹੀਂ ਅਸੀਂ ਦੇਖੋ ਜੀ, ਉਰੇ ਪਬਲਿਕ ਬੈਠੀ, ਅਗਲਾ ਕਹੂ ਤੁਸੀਂ ਕੀ ਗੱਲਾਂ ਕਰੇ ਹੈ ਅੰਦਰ ਜਾ ਕੇ। ਪਬਲਿਕ ਬੈਠੀ ਆ, ਫਿਰ ਇਹਨਾਂ ਦਾ ਪਬਲਿਕ ਸਰਵੈਂਟ ਨੇ ਨੀਚੇ ਆਉਣਾ ਫਰਜ਼ ਬਣਦਾ ਵੀ ਹਾਂ ਤੁਹਾਡੀ ਸਮੱਸਿਆ ਹੱਲ ਹੋਊਗੀ। ਬਾਈ ਜੀ ਅਸੀਂ ਤਾਂ ਸਾਰਾ ਕੁਝ ਹੀ ਦੇਖੋ ਬੇਨਤੀਆਂ ਕਰ ਰਹੇ ਹਾਂ, ਅਸੀਂ ਸਮਝ ਰਹੇ ਹਾਂ, ਤੁਸੀਂ ਨਹੀਂ ਸਾਡੀ ਗੱਲ ਸਮਝ ਰਹੇ। ਹਾਂਜੀ ਹੈਲੋ, ਮੈਂ ਜਿਹੜੇ ਤੁਸੀਂ 2-4 ਬੰਦੇ ਲੈਣੇ ਆ ਜਾਓ ਉੱਤੇ। ਨਹੀਂ ਸਰ ਇੱਕ ਮਿੰਟ, 2-4 ਬੰਦਿਆਂ ਜਿਹੜੇ ਉਰੇ ਹੋਰ 200 ਬੰਦਾ ਬੈਠਾ ਵਾ, ਇਹ ਆ ਜਾਣ, ਅਸੀਂ ਗੱਲਾਂ ਕਰਨੀਆਂ ਨੇ ਦੋ ਜੀ। ਤੇ ਆ ਜਾਓ 2 ਬੰਦੇ ਜਿਹੜੇ ਮਰਜ਼ੀ ਆ ਜਾਓ, ਤੁਹਾਡੀ ਗੱਲਾਂ ਜੋ ਸਾਰਿਆਂ ਨੇ ਇੱਕੋ ਗੱਲ ਹੋ ਜਾਊਗੀ। ਤੁਸੀਂ ਜਿਹੜੇ ਮਰਜ਼ੀ ਪ੍ਰਧਾਨ 2-4 ਲੈ ਆਓ, ਸਾਹਿਬ ਨੂੰ ਮਿਲ ਲਓ। ਕੋਈ ਗੱਲ ਨਹੀਂ ਜੀ, ਹਾਂ ਮਿਲ ਲਓ। ਸੋ ਸਟੇਟ ਟਰਾਂਸਪੋਰਟ ਕਮਿਸ਼ਨਰ ਡਾਕਟਰ ਅਮਰਪਾਲ ਹਾਲ ਤੱਕ ਥੱਲੇ ਨਹੀਂ ਆਏ, ਮੀਡੀਆ ਨਾਲ ਵੀ ਗੱਲਬਾਤ ਨਹੀਂ ਕੀਤੀ। ਫੋਨ ਤੇ ਗੱਲਬਾਤ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕਰਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਅਮਨ ਬੋਲ ਰਿਹਾ ਜੀ, ਹਮਦਰ TV ਤੋਂ। ਹਾਂ ਸਰ ਨੀਚੇ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਕਿ ਟੈਕਸੀ ਮਾਲਕਾਂ ਦੇ ਵੱਲੋਂ, ਹਾਂ ਤੇ ਉਹਨਾਂ ਦਾ ਕਹਿਣਾ ਕਿ ਤੁਸੀਂ ਉਹਨਾਂ ਦੀ ਗੱਲਬਾਤ ਵੀ ਸੁਣਨ ਦੇ ਲਈ ਥੱਲੇ ਨਹੀਂ ਆ ਰਹੇ। ਨਹੀਂ ਥੱਲੇ ਆਉਣਾ ਕੀ ਥੱਲੇ ਦਾ ਮਤਲਬ ਕੀ? ਅੱਛਾ, ਤੇ ਸਰ ਤੁਸੀਂ ਉਹਨਾਂ ਨੂੰ ਮਤਲਬ ਕਿ ਕਿੱਦਾਂ, ਕਿਉਂਕਿ ਕਰੋਨਾ ਸੰਕਟ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਟੈਕਸੀ ਮਾਲਕ ਬੈਠੇ ਨੇ। ਦੇਸ਼ ਕਰੋਨਾ ਸੰਕਟ ਤੇ ਇਹਨਾਂ ਨੇ ਦੇਖਣਾ ਨਾ, ਇੰਨੇ ਇਕੱਠੇ ਕਿਉਂ ਹੋਏ ਨੇ? ਜੀ If I come and meet them, I become part of them. ਜੀ Can I violate the corona rule? ਜੀ ਤਾਂ ਸਰ ਜਿੱਦਾਂ ਕਿ ਜਿਹੜਾ ਇਸ ਸੈਂਟਰ ਦਾ ਲਾਅ ਹੈਗਾ ਤੁਸੀਂ ਲਾਗੂ ਕਰ ਰਹੇ ਹੋ ਇਹਨਾਂ ਦੇ ਉੱਤੇ, ਉਹਨਾਂ ਦਾ ਕਹਿਣਾ ਕਿ ਇਸ ਨਾਲ ਇੱਕ ਤਾਂ ਟੈਕਸ ਵਾਧੂ ਪੈ ਰਿਹਾ ਹੈ। ਕਰੈਕਟਿਵਸ ਤੁਹਾਨੂੰ ਤੁਸੀਂ ਆਪ ਕਹਿ ਰਹੇ ਹੋ ਸੈਂਟਰ ਦਾ ਲਾਅ ਹੈ, ਸੈਂਟਰ ਦਾ ਲਾਅ ਲਾਗੂ ਕੌਣ ਕਰੇਗਾ? ਜੀ ਸੈਂਟਰਲ ਗਵਰਨਮੈਂਟ। ਸਰ ਪੰਜਾਬ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ ਸੀਗਾ, ਪੰਜਾਬ ਗਵਰਨਮੈਂਟ ਨੇ ਵੀ ਕੀਤਾ ਸੀਗਾ ਟਰਾਂਸਪੋਰਟ ਪਾਲਿਸੀ ਦਾ ਵਿਰੋਧ ਕਰਤਾ ਨਾ, ਓਵਰਰੂਲ ਕਰਤਾ ਨਾ। ਅੱਛਾ ਜੀ, ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈ, ਟਰਾਂਸਪੋਰਟ ਇਜ਼ ਅ ਸੈਂਟਰਲ ਸਬਜੈਕਟ। ਪਰ ਸਰ ਜਿਹੜੇ ਟੈਕਸੀ ਮਾਲਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਤੁਸੀਂ ਪ੍ਰਾਈਵੇਟ ਬੱਸਾਂ ਸੀਗੀਆਂ, ਸਕੂਲ ਬੱਸਾਂ ਸੀਗੀਆਂ, ਉਹਨਾਂ ਦਾ 66 ਕਰੋੜ ਰੁਪਇਆ ਤੁਸੀਂ ਮਾਫ ਕਰ ਦਿੱਤਾ, ਪਰ ਟੈਕਸੀ ਮਾਲਕਾਂ ਦਾ ਨਹੀਂ ਕੀਤਾ। How is this issue related with that? ਸਰ ਆਈ ਥਿੰਕ ਬਟ ਉਹ ਤੁਹਾਡੇ ਤੇ ਐਲੀਗੇਸ਼ਨ ਲਗਾ ਰਹੇ ਨੇ ਕਿ ਲੋਹਾ ਸਕੈਮ ਦੇ ਵਿੱਚ ਕਹਿੰਦੇ ਇਹਨਾਂ ਦਾ ਹਾਸੇ ਇਸ ਕਰਕੇ ਪ੍ਰਾਈਵੇਟ ਬੱਸਾਂ ਦਾ। ਹਾਊ ਸੈਂਟਰ ਗਵਰਨਮੈਂਟ ਨੇ ਜੋ ਐਕਟ ਪਾਸ ਕੀਤਾ ਉਹਦਾ ਮੇਰੇ ਨਾਲ ਕੀ ਤਲਕ ਹੈ? ਜੀ ਆਥੋਰਾਈਜ਼ੇਸ਼ਨ ਹਾਊ ਇਜ਼ ਇਟ ਕਨੈਕਟਡ ਵਿਦ ਮੀ? ਪਾਲਿਸੀ ਪੜੀ, ਹਾਂ ਪਾਲਿਸੀ ਜਿਹੜੀ ਆਥੋਰਾਈਜ਼ੇਸ਼ਨ ਬੰਦ ਕੀਤੀ ਆ ਸਰ, ਉਹ ਇਹਨਾਂ ਦੀ NP ਆਥੋਰਾਈਜ਼ੇਸ਼ਨ ਕਿਉਂ ਬੰਦ ਕੀਤੀ ਤੁਸੀਂ ਉਹਨਾਂ ਤੁਸੀਂ ਦੀ ਗੱਲ ਪਰਮਿਟ ਨਾ ਦੀ? ਬੋਲੋ, ਤੁਸੀਂ ਪਹਿਲਾਂ ਰਿਪੋਰਟਰ ਹੋ, ਆਪ ਪੜੋ ਪਹਿਲਾਂ। ਜੀ ਸਰ, ਤੁਸੀਂ ਪਾਲਿਸੀ ਪੜ੍ਹ ਲਿੱਤੀ ਸੀ? ਬੈਕਗ੍ਰਾਉਂਡ 'ਚ ਤੁਸੀਂ ਉਹੀ ਮੈਨੂੰ ਬੋਲੀ ਜਾ ਰਹੇ ਹੋ। ਸਰ ਤੁਸੀਂ ਪਾਲਿਸੀ ਪੜ੍ਹ ਲਿੱਤੀ ਸੀ ਕਿ ਮੈਂ ਇਸ ਕਰਕੇ ਪੁੱਛਣਾ ਤੁਹਾਨੂੰ ਜੀ। ਪਾਲਿਸੀ ਕਿਉਂ? ਸੈਂਟਰ ਗਵਰਨਮੈਂਟ ਨੇ ਰੂਲ ਕੀਤੇ ਨੇ, ਨੋਟੀਫਾਈ। ਜੀ ਸੈਂਟਰ ਗਵਰਨਮੈਂਟ ਦੀ ਪਾਵਰ ਹੈ, ਸਟੇਟ ਗਵਰਨਮੈਂਟ ਕੁਝ ਨਹੀਂ ਕਰ ਸਕਦੀ, ਬਟ ਫਿਰ ਵੀ ਅਸੀਂ ਇਹਨਾਂ ਦਾ ਪੈਰਲਲ ਸਿਸਟਮ ਐਕਟੀਵੇਟ ਕਰਨ ਲਈ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਦਿੱਤਾ। ਸਰ ਜਿਹੜੇ NP ਜਿਹੜੇ ਇਹਨਾਂ ਦੇ ਪਰਮਿਟ ਹੈਗੇ ਨੇ, ਉਹਨਾਂ ਦੀ ਆਥੋਰਾਈਜ਼ੇਸ਼ਨ ਕਿਉਂ ਰੋਕੀ ਹੋਈ ਹੈ ਜੀ? You are speaking what somebody is telling you in your ear and you are not listening. ਜੀ Issue is center government ने rule बनाए ने which have been notified, which have been implemented by NIC. Right? ਜੀ ਰਾਈਟ। Bihar government has no role in that. ਸਰ ਪੰਜਾਬ ਗਵਰਨਮੈਂਟ ਦਾ ਰੂਲ ਤਾਂ ਨਹੀਂ ਹੈਗਾ, ਬਟ ਜੈਸੇ ਜਿਵੇਂ ਉਹ ਮੰਗ ਕਰ ਰਹੇ ਨੇ ਕਿ ਕਰੋਨਾ ਸੰਕਟ ਕਰਕੇ ਉਹਨਾਂ ਦਾ ਕੰਮਕਾਰ ਠੱਪੇ ਸੀਗੇ ਤੇ ਟੈਕਸ ਜ਼ਿਆਦਾ ਪੇ ਕਰਨੇ ਪੈ ਰਹੇ ਨੇ, ਪੰਜਾਬ ਸਰਕਾਰ ਕਿੱਦਾਂ ਮਦਦ ਕਰ ਸਕਦੀ ਹੈ ਉਹਨਾਂ ਦੀ? ਟਰਾਂਸਪੋਰਟ ਮਹਿਕਮਾ ਕਿਵੇਂ ਮਦਦ ਕਰ ਸਕਦਾ ਹੈ? How is it related to this decision of government of India?
ਸਰ ਲੇਕਿਨ ਪੰਜਾਬ You ਸਰਕਾਰ are talking some other issue now. ਸਰ ਲੇਕਿਨ ਉਹਨਾਂ ਦੀ ਜਿਹੜੀ ਮੰਗ ਹੈਗੀ ਉਹ ਕਹਿੰਦੇ ਕਿ ਸਾਡੇ ਜਿਹੜੇ ਟੈਕਸ ਹੈਗੇ ਨੇ ਦੂਜਿਆਂ ਦੇ ਤੁਸੀਂ ਮਾਫ ਕੀਤੇ, ਸਾਡੇ ਵੀ ਮਾਫ ਕਰੋ, ਤੁਸੀਂ ਟੈਕਸ ਕਰੋਗੇ? ਗਵਰਨਮੈਂਟ ਲੈਵਲ ਤੇ ਮਾਫ ਹੁੰਦੇ ਨੇ, ਡਿਪਾਰਟਮੈਂਟ ਲੈਵਲ ਤੇ ਮਾਫ ਨਹੀਂ ਹੁੰਦੇ। ਠੀਕ ਹੈ, ਤੇ ਤੁਸੀਂ ਗਵਰਨਮੈਂਟ ਤੱਕ ਆਵਾਜ਼ ਪਹੁੰਚਾਓਗੇ ਇਹਨਾਂ ਦੀ? ਫਾਈਲ 2 ਵਾਰੀ ਜਾ ਚੁੱਕੀ ਹੈ, ਗਵਰਨਮੈਂਟ ਕੋਲ ਹੀ ਪਈ। ਠੀਕ ਹੈ ਸਰ, ਥੈਂਕ ਯੂ ਗੱਲਬਾਤ ਕਰਨ ਲਈ। ਹਾਂ, ਸੋ ਟਰਾਂਸਪੋਰਟ ਕਮਿਸ਼ਨਰ ਡਾਕਟਰ ਅਮਰਪਾਲ ਜੀ ਨਾਲ ਵੀ ਗੱਲਬਾਤ ਹੋਈ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਇਹ ਕੇਂਦਰ ਦਾ ਜਿਹੜਾ ਕਾਨੂੰਨ ਹੈਗਾ ਇਹ ਪੰਜਾਬ ਸਰਕਾਰ ਦੇ ਉੱਤੇ ਥੋਪਿਆ ਗਿਆ, ਉਹ ਲਾਗੂ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ। ਪਰ ਵੱਡਾ ਸਵਾਲ ਇਹ ਹੈਗਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਆਪਣੇ ਕਾਨੂੰਨ ਬਣਾਉਂਦੀ ਹੈ, ਸਟੇਟਾਂ ਦੇ ਉੱਪਰ ਥੋਪ ਦਿੰਦੀ ਹੈ। ਪੰਜਾਬ ਸਰਕਾਰ ਇਸ ਦਾ ਵਿਰੋਧ ਕਰਦੀ ਹੈ ਕਿ ਜਿਹੜੇ ਸਟੇਟ ਦੇ ਅਧਿਕਾਰ ਹੈਗੇ ਨੇ ਉਹ ਹੌਲੀ ਹੌਲੀ ਕੇਂਦਰ ਖੋਹਦੀ ਜਾ ਰਹੀ ਹੈ। ਪਰ ਇੱਥੇ ਪੰਜਾਬ ਸਰਕਾਰ ਨੇ ਵਿਰੋਧ ਵੀ ਕੀਤਾ, ਲੇਕਿਨ ਕੇਂਦਰ ਦੀ ਜਿਹੜੀ ਪਾਲਿਸੀ ਹੈਗੀ ਹੈ ਉਹ ਲਾਗੂ ਵੀ ਕਰ ਦਿੱਤੀ। ਇਸੇ ਤਰ੍ਹਾਂ 3 ਖੇਤੀ ਕਾਨੂੰਨ ਜਿਹੜੇ ਕੇਂਦਰ ਸਰਕਾਰ ਲੈ ਕੇ ਆਈ ਸੀ ਉਸ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਕਾਇਦਾ ਮਤਾ ਪਾਸ ਕੀਤਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ, ਅਸੀਂ ਇਹ ਕਾਨੂੰਨ ਰੱਦ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ ਟਰਾਂਸਪੋਰਟ ਦਾ ਮਹਿਕਮਾ ਸੀਗਾ ਇਹ ਵੀ ਕੇਂਦਰ ਹੁਣ ਟਰਾਂਸਪੋਰਟ ਬਾਰੇ ਜਿਹੜੀ ਪਾਲਿਸੀ ਲੈ ਕੇ ਆਈ ਹੈ, ਇਸ ਬਾਰੇ ਕਿ ਪੰਜਾਬ ਸਰਕਾਰ ਕੋਈ ਮਤਾ ਲੈ ਕੇ ਆਊਗੀ ਵਿਧਾਨ ਸਭਾ ਦੇ ਵਿੱਚ ਕੀ ਕਹੂਗੀ ਕਿ ਅਸੀਂ ਟਰਾਂਸਪੋਰਟ ਦੇ ਵਿੱਚ ਤੁਹਾਨੂੰ ਦਖਲ ਨਹੀਂ ਦੇਣ ਦੇਵਾਂਗੇ। ਇੱਕ ਬੜਾ ਵੱਡਾ ਮਸਲਾ ਬਣਿਆ ਹੋਇਆ ਕਿਉਂਕਿ ਸੈਂਟਰ ਦੇ ਜਿਹੜੇ ਪਾਲਿਸੀ ਆਈ ਹੈ ਉਸ ਦੇ ਵਿੱਚ ਜਿਹੜੇ ਵੱਡੇ ਜਿਹੜੇ ਟੈਕਸ ਹੈਗੇ ਨੇ ਉਹ ਟੈਕਸੀ ਮਾਲਕਾਂ ਨੂੰ ਭਰਨੇ ਪੈਣਗੇ। ਆਲਰੇਡੀ ਜਿਹੜੇ ਕੰਮਕਾਰ ਹੈਗੇ ਨੇ ਉਹ ਕਰੋਨਾ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਠੱਪ ਪਏ ਨੇ, ਇਸ ਕਰਕੇ ਸਾਡੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ। ਦੇਖਣਾ ਬੜਾ ਦਿਲਚਸਪ ਹੋਏਗਾ ਹੁਣ ਕੇਂਦਰ ਜਾਂ ਪੰਜਾਬ ਸਰਕਾਰ ਕਿਹੜੀ ਟੈਕਸੀ ਮਾਲਕਾਂ ਦੀ ਮਦਦ ਕਰਦੀ ਹੈ। ਆਥੋਰਾਈਜੇਸ਼ਨ ਜਿਹੜਾ ਐਨਆਈਸੀ ਨੇ ਉਹਨੇ ਪੋਰਟਲ ਬੰਦ ਕਰਤਾ, ਐਨਆਈਸੀ ਨੇ ਜਿਹੜਾ ਤੁਹਾਨੂੰ ਹਾਂਜੀ ਹਾਂਜੀ ਹਾਂ ਨਹੀਂ ਤੇ ਉਹਦੇ ਨਾਲ ਹੁਣ ਇਫੈਕਟ ਕੀ ਹੋਇਆ ਕਿ ਤੁਸੀਂ ਜਿਹੜੀ ਕੱਲੀ ਆਥੋਰਾਈਜੇਸ਼ਨ ਲੈਣੀ ਹੈ ਸਾਲ ਬਾਅਦ ਲੈਣੀ ਪੈਂਦੀ ਹੈ। ਹਾਂਜੀ ਸਾਲ ਬਾਅਦ ਲੈਣੀ ਪੈਂਦੀ ਆਥੋਰਾਈਜੇਸ਼ਨ। ਉਦੋਂ ਤਾਂ ਮਿਲ ਨਹੀਂ ਸੀ ਰਹੀ ਕੱਲੀ ਹਾਂਜੀ ਇਹਨਾਂ ਨੇ ਪੋਰਟਲ ਹੀ ਚੱਕਤਾ ਜੀ, ਐਨਆਈਸੀ ਨੇ ਪੋਰਟਲ ਹੀ ਪੰਜਾਬ ਦਾ ਬੰਦ ਕਰਤਾ। ਨਵੇਂ ਵਾਲੇ ਪੋਰਟਲ ਤੋਂ ਤੁਸੀਂ ਲੈ ਨਹੀਂ ਸੀ ਸਕਦੇ? ਨਹੀਂ, ਨਵੇਂ ਵਾਲੇ ਪੋਰਟਲ 'ਚ ਸਿੱਧਾ ਟੈਕਸ ਚੱਕ ਰਿਹਾ ਜੀ 25000 ਰੁਪਿਆ। ਇਹਨਾਂ ਨੇ ਉਹਦੇ ਨਾਲ ਪਲੱਸ ਕਰਤੀ 500 ਰੁਪਿਆ ਜੀ। ਕਲੱਬ ਪਲਾਟ ਦੇ ਠੀਕ ਹੈ, ਉਹ ਮੇਰੀ ਗੱਲ ਹੋਈ ਹੈ ਟਰਾਂਸਪੋਰਟ ਕਮਿਸ਼ਨਰ ਨਾਲ, ਮੈਂ ਹੁਣੇ ਗੱਲ ਕੀਤੀ ਹੈ। ਹਾਂਜੀ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਹੈ ਕਿ 2 ਦਿਨ ਦੇ ਵਿੱਚ ਐਨਆਈਸੀ ਕਹਿ ਦੇਗੀ ਕਿ ਤੁਸੀਂ ਪੁਰਾਣਾ ਪੋਰਟਲ ਲੈ ਆਓ। ਤੁਹਾਡੀ ਤੁਸੀਂ ਟਰਾਂਸਪੋਰਟ ਕਮਿਸ਼ਨਰ ਨਾਲ ਗੱਲ ਹੋਈ ਆ ਨਾ? ਟਰਾਂਸਪੋਰਟ ਕਮਿਸ਼ਨਰ ਨਾਲ ਗੱਲ ਹੋਈ ਹੈ ਮੇਰੀ ਹਾਂਜੀ 10 ਮਿੰਟ ਪਹਿਲਾਂ ਹੀ। ਹਾਂਜੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਵਿੱਚ। ਹਾਂਜੀ। ਐਨਆਈਸੀ ਨੇ ਪੋਰਟਲ ਬੰਦ ਕੀਤਾ ਹੈ, ਹਾਂਜੀ। ਅਸੀਂ ਗੱਲ ਕਰ ਲਈ ਹੈ ਤੇ ਉਹ ਕਹਿੰਦੇ ਨੇ ਕਿ 2 ਦਿਨਾਂ ਦੇ ਵਿੱਚ ਅਸੀਂ ਵਾਪਸ ਕਰਦੇ ਹਾਂ ਪੋਰਟਲ ਜਿਹੜਾ ਜਿਵੇਂ ਪਹਿਲਾਂ ਚੱਲਦਾ ਸੀਗਾ ਜਿਵੇਂ ਪਹਿਲਾਂ ਚੱਲਦਾ ਸੀ। ਉਹੀ ਤਾਂ ਤੁਹਾਡੇ ਨਾਲ ਇਹ ਹੈ, ਬਾਕੀ ਤੁਸੀਂ ਮੈਨੂੰ ਅਪਡੇਟ ਕਰ ਦਿਓ ਸ਼ਾਮ ਤੱਕ ਤੁਹਾਨੂੰ ਕੀ ਕਹਿੰਦੇ। ਨਹੀਂ ਦੇਖੋ ਤੁਹਾਨੂੰ ਮੈਂ ਸਾਰਾ ਭੇਜਿਆ, ਗਜਟ ਭੇਜਿਆ, ਰੂਲ ਭੇਜਤੇ। ਜਿਹੜੇ ਮੋਟਰ ਵਹੀਕਲ ਐਕਟ 1988 ਚ ਬਣਿਆ ਸੀਗਾ ਐਨਪੀ ਪਰਮਿਟ ਨੂੰ ਲੈ ਕੇ। ਰਾਈਟ ਹਾਂਜੀ ਤੁਸੀਂ ਉਹ ਐਕਟ ਚੈੱਕ ਕਰ ਲਏ? ਹਾਂਜੀ ਹਾਂ ਉਹ ਚੈੱਕ ਕਰਕੇ ਦੇਖਿਆ ਮੈਂ। ਨਹੀਂ ਉਹਦੇ ਹਿਸਾਬ ਨਾਲ ਇਹ ਰੋਕ ਸਕਦੇ ਆ ਆਥੋਰਾਈਜੇਸ਼ਨ। ਇਹਨਾਂ ਦਾ ਇਹ ਪਤਾ ਕੀ ਹੈ, ਉਹਦੇ ਚ ਉਹਨਾਂ ਨੇ ਇੱਕ ਇਹ ਵੈਲਿਡ ਤਾਂ ਐਗਜ਼ਾਮ ਕੀਤਾ ਹੋਇਆ ਜਿੱਦੋਂ ਤੱਕ ਸਾਡੇ ਪਰਮਿਟ ਵੈਲਿਡ ਨੇ। ਹਾਂਜੀ ਜਦੋਂ ਤੱਕ ਵੈਲਿਡ ਨੇ। ਕਲੀਅਰ ਹਾਂ। ਹੁਣ ਸਾਡੇ ਕੋਲ ਦੇਖੋ 2025 ਤੱਕ ਪਰਮਿਟ ਵੈਲਿਡ ਆ ਜੀ, ਇਹ ਆਥੋਰਾਈਜੇਸ਼ਨ ਰੋਕਤੀ ਇਹਨਾਂ ਨੇ। ਹਾਂ ਇਹ ਤਾਂ ਗਲਤ ਨੇ ਨਾ, ਖੁਦ ਮੰਨ ਰਿਹਾ ਸੀ, ਨਿਊਜ਼ ਵੀ ਕਰ ਰਹੇ ਆ ਨਾ। ਹਾਂਜੀ ਤੇ ਮੈਂ ਤੁਹਾਨੂੰ ਵੈਸੇ ਦੱਸ ਰਹੀ ਕਿ ਮੈਂ ਟਰਾਂਸਪੋਰਟ ਕਮਿਸ਼ਨਰ ਨਾਲ ਡਿਸਕਸ ਕਰਨ ਲਈ ਫੋਨ ਕੀਤਾ ਸੀ, ਉਧਰੋਂ ਮੈਨੂੰ ਇਹ ਰਿਪਲਾਈ ਮਿਲਿਆ। ਹਾਂਜੀ ਜੀ ਐਨਆਈਸੀ ਕਹਿੰਦਾ ਹੈ ਕਿ ਅਸੀਂ 2 ਦਿਨਾਂ ਚ ਵਾਪਸ ਕਰਦੇ ਹਾਂ। ਇਹ ਰਿਪਲਾਈ ਤਾਂ ਇਹ 1 ਤਰੀਕ ਤੋਂ ਦੇ ਰਹੇ ਆ ਜੀ। 2 ਦਿਨ ਇਹਨਾਂ ਨੇ ਮੈਡਮ ਕਿਸੇ ਨੇ ਨੋਟੀਫਿਕੇਸ਼ਨ ਨਹੀਂ ਪੜ੍ਹੀ, ਪਲੀਜ਼ ਇਹਨਾਂ ਨੂੰ ਨੋਟੀਫਿਕੇਸ਼ਨ ਦੀ ਕਾਪੀ ਨਾ ਪੜਾਓ ਇਹਨਾਂ ਨੂੰ। ਬਿਲਕੁਲ ਜ਼ਰੂਰ ਕਰਦੇ ਆ ਅਸੀਂ ਨੋਟੀਫਿਕੇਸ਼ਨ ਦੀ ਕਾਪੀ। ਠੀਕ ਹੈ ਜੀ, ਠੀਕ ਆ ਮੈਡਮ। ਤੇ ਮੈਂ ਨਹੀਂ ਬਲਕਿ ਬਾਕੀ ਸਟੇਟਸ ਦੀ ਵੀ ਗੱਲ ਕਰ ਰਹੀ ਹਾਂ ਮੈਂ। ਹਾਂਜੀ। ਮੈਂ ਦਿੱਲੀ ਗੱਲ ਕੀਤੀ ਹੈ, ਉਹਨਾਂ ਕੋਲ ਵੀ ਅਪਡੇਟ ਉਹਨਾਂ ਨੇ ਅਜੇ ਕੋਈ ਇਸ਼ੂ ਰੇਜ਼ ਨਹੀਂ ਕੀਤਾ, ਬਟ ਉਹ ਕਰਨਗੇ, ਉਹ ਵੀ ਕਰਨਗੇ ਕਿਉਂਕਿ ਹਰਿਆਣੇ 'ਚ ਵੀ ਸੇਮ ਪ੍ਰੋਬਲਮ ਹੋਣ ਲੱਗ ਹਾਂਜੀ 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 ਮੈਡਮ ਪੂਰੇ ਇੰਡੀਆ 'ਚ ਆ। ਪੂਰੇ ਇੰਡੀਆ 'ਚ ਹਾਂਜੀ ਹਿਮਾਚਲ 'ਚ। ਹਾਂਜੀ ਜਾਊਗੀ, ਦਿੱਲੀ ਜਾਊਗੀ, ਜਿਹੜੀਆਂ ਕਿਉਂਕਿ ਜਿੰਨਾ ਸਟੇਟਸ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਸਤਾਊਗੀ। ਦੇਖੋ ਅੱਜ 48 ਦਿਨ ਹੋ ਗਏ ਜੀ, 10 ਮਾਰਚ ਦੀ ਨੋਟੀਫਿਕੇਸ਼ਨ ਆ, ਪਰ ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਸਟੇਟ ਟਰਾਂਸਪੋਰਟ ਕਮਿਸ਼ਨਰ, ਸੈਕਟਰੀ ਟਰਾਂਸਪੋਰਟ ਕਿਸੇ ਨੇ ਨੋਟੀਫਿਕੇਸ਼ਨ ਪੜ੍ਹਨੀ ਜ਼ਰੂਰੀ ਨਹੀਂ ਸਮਝੀ, ਚੱਕ ਕੇ ਸਿੱਧਾ ਪੋਰਟਲ। ਖੁਦ ਐਕਸ਼ਨ ਨਹੀਂ ਲਿਆ ਕੋਈ ਕਿਸੇ ਨੂੰ ਆਪ ਅੱਗੇ ਆਉਣਾ ਪਿਆ, ਤੇਰੀ ਤੱਕ ਕੰਮ ਹੋਣ ਲੱਗਿਆ। ਹਾਂਜੀ ਹਾਂਜੀ ਮੈਡਮ। ਇਹ 10 ਮਾਰਚ ਤੋਂ ਬਾਅਦ ਹੀ ਬੰਦ ਹੋ ਗਈ ਸੀ ਨਾਲ? ਨਹੀਂ 1 ਅਪ੍ਰੈਲ ਨੂੰ ਬੰਦ ਕੀਤੀ ਆ ਜੀ, 1 ਅਪ੍ਰੈਲ ਤੋਂ। ਠੀਕ ਹੈ ਜੀ, ਚਲੋ ਠੀਕ ਹੈ ਸਰ। ਓਕੇ। ਮੈਂ ਨਾ ਆ ਰਹੀ ਰਿਪੋਰਟ ਦੇਖ ਕੇ ਚਲੋ ਠੀਕ ਆ ਜੀ, ਲੈ ਲਾਂ ਨਾਲ। ਠੀਕ ਆ ਮੈਡਮ। ਚਲੋ ਠੀਕ ਹੈ, ਓਕੇ। ਇਹ ਤੁਹਾਡੀ ਗੱਲ ਕਿਹਨਾਂ ਨਾਲ ਹੋਈ? ਇਹ ਟਰਾਂਸਪੋਰਟ ਚੈਨਲ ਜਿਹੜਾ ਚੱਲ ਰਿਹਾ ਉਹਨਾਂ ਦੇ ਸੀਗੇ। ਤੁਸੀਂ ਇਹ ਦੇਖੋ ਵੀ ਇਹਦੇ 'ਚ ਵੀ ਲਿਖਿਆ ਹੋਇਆ ਵਾ ਸਾਰਾ ਕੁਝ। ਜੀ। ਉਹ ਵੀ ਕਹਿ ਰਹੇ ਆ, ਮੈਂ ਉਹਨਾਂ ਨੂੰ ਐਕਟ ਭੇਜੇ ਜਿਹੜਾ ਮੋਟਰ ਵਹੀਕਲ ਐਕਟ ਸੀ 1900, ਮੈਂ ਦਿਖਾਉਣ ਦੀ ਤੁਹਾਨੂੰ ਪਹਿਲਾਂ ਵੀ ਕੋਸ਼ਿਸ਼ ਕਰ ਰਿਹਾ ਸੀਗਾ। ਇਹਦੇ 'ਚ ਗਲਤ ਲਿਖਿਆ ਜਿਹੜਾ 1988 'ਚ ਬਣਿਆ ਸੀ। ਜਿਹੜੀ ਧਾਰਾ ਵਾ ਜਾਂ ਸੈਕਸ਼ਨ ਹੁੰਦੀ ਆ ਸੈਂਟਰ ਮੋਟਰ ਵਹੀਕਲ ਰੂਲਸ ਆ 1989, ਪਰ ਮੈਨੂੰ ਬੜਾ ਨਮੋਸ਼ੀ ਨਾਲ ਕਹਿਣਾ ਪੈ ਰਿਹਾ ਵੀ ਇਹ ਐਡੀਆਂ ਪੋਸਟਾਂ ਤੇ ਗੱਲ ਉੱਥੇ ਹੀ ਆ ਜਾਂਦੀ ਆ ਵੀ
ਪੜ੍ਹ ਕਿਉਂ ਨਹੀਂ ਰਹੇ ਗਜਟ, ਸਿੱਧਾ ਜਾ ਕੇ ਪੋਰਟਲ ਹੀ ਬੰਦ ਕਰਤਾ NIC ਨੇ। ਗਜਟ ਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ 1999 ਤੋਂ ਜਿਨ੍ਹਾਂ ਨੂੰ ਪਰਮਿਟ ਮਿਲੇ ਹੋਏ ਨੇ ਨੈਸ਼ਨਲ, ਉਹਨਾਂ ਦੇ ਉੱਤੇ ਜਿਹੜੇ ਟੈਕਸ ਹੈਗੇ ਨੇ ਇਹ ਲਾਗੂ ਨਹੀਂ ਹੁੰਦੇ। ਇੱਕ ਸਾਲ ਜਿਹੜੇ ਹੁਣ ਜਿਵੇਂ NP ਪਰਮਿਟ ਤੁਹਾਨੂੰ ਦੱਸਦਾ ਵੀ 5 ਸਾਲ ਚੱਕੇ ਹੋਇਆ, 5 ਸਾਲ ਦਾ ਸਿਰਫ ਅਸੀਂ ਆਥੋਰਾਈਜੇਸ਼ਨ ਮੰਗ ਰਹੇ ਹਾਂ। ਉਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵਾ। ਸਾਡੀ ਲੜਾਈ ਟੈਕਸ ਨੂੰ ਲੈ ਗਿਆ 25,000 75,000 ਨੂੰ, ਇਹਨਾਂ ਨੇ ਚੱਕ ਕੇ ਸਾਰਾ ਕੁਝ ਹੀ ਬੰਦ ਕਰਤਾ। ਚਾਹੇ ਉਹ NIC ਪੰਜਾਬ ਦੀ ਹੋਵੇ ਜਾਂ ਪੂਰੇ ਇੰਡੀਆ ਦੀ। ਇਹਨਾਂ ਦੀ ਦਿੱਲੀ ਤੱਕ ਗੱਲ ਕਰਾਈ, ਮੌਤ ਤੱਕ ਅੱਜ 23 ਦਿਨ ਹੋ ਗਏ ਇਹਨਾਂ ਦੀ ਗੱਲਬਾਤ ਕਰਾ ਰਹੇ ਹਾਂ, ਪਰ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੇ। ਮਜਬੂਰਨ ਆ ਕੇ ਉਰੇ ਬੈਠਣਾ ਪਿਆ ਸਾਨੂੰ। ਸਾਰੇ ਦੇ ਸਾਰੇ ਤੁਸੀਂ ਵੀ ਹੁਣ ਸਮਝ ਗਏ ਹੋ, ਸਭ ਦੇ ਸਭ ਅਨਪੜ੍ਹ ਭਰਤੀ ਕੀਤੇ ਹੋਏ ਆ ਇਹਨਾਂ ਨੇ, ਚਾਹੇ ਉਹ ਸੈਕਟਰੀ ਟਰਾਂਸਪੋਰਟ ਹੋਵੇ ਚਾਹੇ ਸਟੇਟ ਟਰਾਂਸਪੋਰਟ ਕਮਿਸ਼ਨਰ ਹੋਵੇ। ਹਾਂਜੀ, ਸੋ ਤੁਸੀਂ ਦੇਖ ਸਕਦੇ ਹੋ ਕਿ ਸੈਂਟਰ ਦੀ ਟਰਾਂਸਪੋਰਟ ਪਾਲਿਸੀ ਦੇ ਕਾਰਨ ਕਿ ਇੱਥੇ ਟੈਕਸੀ ਚਾਲਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਇਸ ਗਲਤੀ ਕਰਕੇ, ਅਧਿਕਾਰੀਆਂ ਦੀ ਗਲਤੀ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਹੁਣ ਵਾਧੂ ਜਿਹੜਾ ਟੈਕਸ ਹੈਗਾ ਉਹ ਪੇ ਕਰਨਾ ਪਏਗਾ। ਲੇਕਿਨ ਉਹਨਾਂ ਦੀ ਮੰਗਾਂ ਨੇ, ਉਹਨਾਂ ਦਾ ਕਹਿਣਾ ਹੈ ਕਿ ਆਲਰੇਡੀ ਸਾਡੇ ਕੰਮਕਾਜ ਸਾਰੇ ਹੀ ਠੱਪ ਹੈਗੇ ਨੇ, ਸਾਡੇ ਉੱਤੇ ਕਰਜ਼ੇ ਚੜੇ ਹੋਏ ਨੇ, ਸਰਕਾਰਾਂ ਨੂੰ ਕਰਜ਼ੇ ਮਾਫ ਕਰਨੇ ਚਾਹੀਦੇ ਨੇ। ਕਰੋਨਾ ਸੰਕਟ ਜਦੋਂ ਆਇਆ ਤਾਂ 66 ਕਰੋੜ ਰੁਪਏ ਜਿਹੜਾ ਹੈਗਾ ਪ੍ਰਾਈਵੇਟ ਬੱਸਾਂ ਦਾ, ਸਕੂਲ ਬੱਸਾਂ ਦਾ ਜਿਹੜਾ ਸਰਕਾਰ ਨੇ ਮਾਫ ਕੀਤਾ ਗਿਆ, ਲੇਕਿਨ ਛੋਟੇ ਟੈਕਸੀ ਚਾਲਕਾਂ ਨੂੰ ਉਹਨਾਂ ਨੇ ਕੋਈ ਰਾਹਤ ਨਹੀਂ ਦਿੱਤੀ। ਦੇਖਣਾ ਬੜਾ ਦਿਲਚਸਪ ਹੋਏਗਾ ਸਰਕਾਰਾਂ ਇਸ ਮਸਲੇ ਦਾ ਕੀ ਹੱਲ ਲੱਭਦੀਆਂ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ TV।